ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਾਈ ਆਪਣੇ ਸਮ ਦੀ। ਜਿਹੜਾ ਸਮ ਤੁਹਾਨੂੰ ਕਰਵਾਏ ਸੀ ਕੱਲ੍ਹ, ਉਹਦੇ ਵਿੱਚ ਅੱਧੇ ਬੱਚਿਆਂ ਨੂੰ ਸਮ ਆਏ ਨਹੀਂ। ਸਭ ਤੋਂ ਪਹਿਲਾਂ ਆਪਾਂ ਉਹ ਸਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਵੀਡੀਓ ਨੂੰ ਪੁੱਤਰੋ ਲਾਈਕ ਕਰ ਦਿਓ, ਠੀਕ ਹੈ। ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਸੀ ਪੁੱਤਰੋ, PDF ਤੁਹਾਨੂੰ ਮਿਲ ਜਾਇਆ ਕਰੂਗਾ, ਟੈਨਸ਼ਨ ਲਓ। ਫੰਡਾਮੈਂਟਲ ਰਾਈਟ ਦਾ PDF ਤੁਹਾਨੂੰ 1-2 ਦਿਨਾਂ ਦੇ ਵਿੱਚ ਮਿਲ ਜੂਗਾ। ਇਹਦੇ ਵਿੱਚ ਥੋੜ੍ਹੀਆਂ ਜਿਹੀਆਂ 1-2 ਚੀਜ਼ਾਂ ਹੋਰ ਐਡ ਕਰਨ ਵਾਲੀਆਂ, ਮੈਂ ਉਹ ਕਰਨ ਦੀ ਕੋਸ਼ਿਸ਼ ਕਰੂੰਗਾ, ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦੇ ਦੂੰਗਾ, ਠੀਕ ਹੈ। ਟੈਨਸ਼ਨ ਨਾ ਲਿਆ ਕਰੋ PDF ਦੀ। ਬਾਕੀ ਤੁਸੀਂ ਜ਼ਿਆਦਾ ਜ਼ੋਰ ਲਾਓ ਮੈਥ ਅਤੇ ਰੀਜ਼ਨਿੰਗ 'ਤੇ। ਕੰਪਿਊਟਰ ਦਾ ਅੱਜ ਲੈਕਚਰ ਲਊਗਾ। ਕੰਪਿਊਟਰ ਦੇ ਭਾਈ ਆਪਾਂ ਜਿਹੜੇ ਵੀ MCQ ਕਰੇ ਸੀ ਇੰਟਰਨੈਟ ਦੇ MCQ ਕਰਾਂਗੇ ਅੱਜ ਆਪਾਂ, ਠੀਕ ਹੈ। ਅਤੇ ਕੱਲ੍ਹ ਨੂੰ ਆਪਣਾ ਭਾਈ ਇੰਟਰਨੈਟ ਦਾ ਇਦੋਂ ਅਗਲਾ ਟੌਪਿਕ ਸ਼ੁਰੂ ਹੋਊਗਾ, ਨੈੱਟਵਰਕ। ਕੰਪਿਊਟਰ ਦਾ ਨੈੱਟਵਰਕ ਵਾਲਾ ਛੇੜਾਂਗੇ ਆਪਾਂ ਕੱਲ੍ਹ ਨੂੰ, ਠੀਕ ਹੈ। ਅਤੇ ਇਸ ਤੋਂ ਪਹਿਲਾਂ ਕਿ ਆਪਾਂ ਹੁਣ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕੱਲ੍ਹ ਵਾਲੇ ਸਵਾਲਾਂ 'ਤੇ ਇੱਕ ਨਿਗਾਹ ਮਾਰਦੇ। ਜਿਹੜੇ ਸਵਾਲ ਕੱਲ੍ਹ ਬੱਚਿਆਂ ਨੂੰ ਆਏ ਨਹੀਂ, ਉਹ ਕਰਾਂਗੇ ਅੱਜ ਆਪਾਂ ਸਵਾਲ। ਦੇਖੋ ਜੀ ਧਿਆਨ ਨਾਲ, ਪਹਿਲਾ ਸਵਾਲ ਕਿਹੜਾ? ਆਹ ਸਵਾਲ ਆ ਪੁੱਤਰੋ। ਇਹ ਬੱਚੇ ਨੇ ਪੁੱਛਿਆ ਕਹਿੰਦਾ ਸਰ ਆਹ ਸਵਾਲ ਕਿਵੇਂ ਨਿਕਲੇ, ਤੁਹਾਨੂੰ ਆਇਆ ਨਹੀਂ ਪੁੱਤਰੋ। ਕੋਈ ਜੇ ਘਬਰਾਉਣ ਵਾਲੀ ਗੱਲ ਨਹੀਂ। ਦੇਖੋ ਧਿਆਨ ਨਾਲ ਸਮਝੋ ਇਹ ਸਵਾਲ ਕਿਵੇਂ ਕਰਨਾ। ਹੁਣ ਧਿਆਨ ਨਾਲ, 4x - 3y² ਬਟਾ 2x + 5y2 12/9 ਐਵੇਂ ਤਾਰ ਸਕਦੇ ਹਾਂ ਨਾ ਆਪਾਂ। ਤੁਹਾਨੂੰ ਕੋਈ ਇਹਦੀ ਦਿੱਕਤ ਤਾਂ ਨਹੀਂ ਹੈਗੀ ਭਾਈ ਮੈਂ ਐਂ ਕਿਉਂ ਉਤਾਰ ਲਿਆ? ਐਂ ਤਾਰ ਸਕਦੇ ਹਾਂ ਪੁੱਤਰੋ। ਇਹਨੂੰ ਆਪਾਂ ਅਨੁਪਾਤ ਦੇ ਵਿੱਚ ਵੀ ਲਿਖ ਸਕਦੇ ਹਾਂ, ਠੀਕ ਹੈ। ਹੁਣ ਆਪਾਂ ਕ੍ਰੋਸ ਮਲਟੀਪਲਾਈ ਕਰਨੀ ਹੈ ਜੀ ਇਹਨਾਂ ਦੀ ਆਪਸ ਦੇ ਵਿੱਚ। ਜਦੋਂ ਆਪਾਂ ਜੀ ਕ੍ਰੋਸ ਮਲਟੀਪਲਾਈ ਕਰਾਂਗੇ, 9 ਦੀ 4 ਨਾਲ ਗੁਣਾ ਕਰਾਂਗੇ। ਜਦੋਂ ਆਪਾਂ ਕੀ ਹੈ ਬੱਚੋ, 19 ਇੱਥੇ, ਸੌਰੀ ਇੱਥੇ ਹੈਗਾ 19। ਜਦੋਂ ਆਪਾਂ 19 ਦੀ 4 ਨਾਲ ਗੁਣਾ ਕਰਾਂਗੇ ਬੱਚੋ, 19 × 4 ਆਪਣੇ ਕੋਲ ਆ ਜਾਊਗਾ 76x² ਮਾਈਨਸ ਆ ਪਈ ਆ ਉਹੀ ਮਾਈਨਸ ਇੱਥੇ ਉਤਰ ਜੂ। 19 ਤੀਆ ਕਿੰਨੇ ਹੁੰਦੇ ਆ ਪੁੱਤਰੋ? 19 ਤੀਆ ਹੁੰਦੇ ਆ 57। 57 22² ਤਾਰ ਲਿਆ। ਇਸ ਤੋਂ ਬਾਅਦ 12 ਦੀ ਇਹਦੇ ਨਾਲ ਕੀਤੀ 24x² ਹੋ ਗਿਆ, ਅਤੇ 12 ਦੀ ਕੀਤੀ 12 5 60y² ਹੋ ਗਿਆ ਪੁੱਤਰੋ। ਹੁਣ ਆਪਾਂ ਕੀ ਕਰਨਾ ਹੈ, x ਵਾਲੇ ਇੱਕ ਪਾਸੇ ਤਾਰ ਲਓ, y ਵਾਲੇ ਇੱਕ ਪਾਸੇ ਤਾਰ ਲਓ। ਓਕੇ ਜੀ। ਦੇਖੋ ਮੈਂ ਕੀ ਕਰਤਾ। ਜੇ 76x² ਸੀ ਤਾਂ ਮੈਂ ਇੱਧਰ ਹੀ ਰੱਖ ਲਿਆ। ਆਹ 24x ਪਲੱਸ ਦਾ ਸੀ, ਜਦੋਂ ਮੈਂ ਇੱਧਰ ਲਿਆ ਮਾਈਨਸ ਦਾ ਹੋ ਗਿਆ। ਇਸ ਤੋਂ ਬਾਅਦ 60y² ਉਵੇਂ ਰੱਖ ਲਿਆ। ਆਹ ਮਾਈਨਸ ਦਾ ਸੀ, ਇਹ ਜੋ ਉੱਧਰ ਲੈ ਗਿਆ ਪਲੱਸ ਦਾ ਹੋ ਗਿਆ। ਹੁਣ ਆਪਾਂ ਇਹਦੇ 'ਚੋਂ ਘਟਾ ਦੇਣਾ। ਕਿੰਨਾ ਆ ਜਾਊਗਾ ਘਟਾ ਕੇ? ਜੇ ਆਪਾਂ 76 ਦੇ ਵਿੱਚ 24 ਘਟਾਈਏ ਬੱਚਿਓ, ਤਾਂ ਆਪਣੇ ਕੋਲ ਆ ਜਾਊਗਾ 52x²। ਜੇ ਆਪਾਂ 60 ਦੇ ਵਿੱਚ 57 ਜੋੜ ਦਈਏ, ਇਹ ਆ ਜਾਊਗਾ 157y², ਠੀਕ ਹੈ। ਹੁਣ x² ਬਰਾਬਰ 22² ਬਰਾਬਰ ਰੱਖ ਲਿਆ ਆਪਾਂ। ਜਦੋਂ ਆਪਾਂ ਇਹਨੂੰ ਰਕਮ ਲਿਖ ਦਿੰਦੇ ਹੁੰਦੇ ਨਾ ਹਮੇਸ਼ਾ ਪੁੱਤ, ਜੋ ਲਿਖਦੇ ਹੁੰਦੇ ਆ ਦੇਖੋ, x² ਦੀ ਵੈਲੂ ਕਿੰਨੀ ਆ ਗਈ 52, 22² ਦੀ ਵੈਲੂ ਆ ਗਈ 117। ਇਹ ਕੱਟਿਆ ਜਾਓ, ਕੱਢ ਤੇ ਬੱਚੋ 13 ਦੇ ਪਹਾੜੇ ਦੇ 13 ਚੌਂਕ 52, 13 9 117। ਦੇਖੋ ਇਹਦਾ ਮਤਲਬ ਕੀ ਹੈ ਕਿ x² ਕਿਹਦਾ x² ਆਹ, ਅਤੇ ਆਹ ਕਿੰਨਾ ਗਾ? ਇਹ ਹੈਗਾ 22²। ਕਿੰਨਾ ਆ ਗਿਆ? 9। ਆਪਾਂ ਕੱਢਣੀ ਹੈ ਇਕੱਲੀ ਬੱਚੋ x ਅਤੇ 22, ਤਾਂ ਕਰਕੇ ਆਹ ਦੂਆ ਕਿਹਦਾ ਸਕੇਅਰ ਹੈ? ਚੌਂਕਾ ਕਿਹਦਾ ਸਕੇਅਰ ਹੈ? ਚੌਂਕਾ ਹੈਗਾ ਦੂਏ ਦਾ ਸਕੇਅਰ, ਅਤੇ ਨਾਇਆ ਕਿਹਦਾ ਸਕੇਅਰ ਹੈ? ਤੀਏ ਦਾ ਸਕੇਅਰ, ਠੀਕ ਹੈ। ਤਾਂ ਕਰਕੇ ਫਿਰ x ਦੇ ਬਾਈ ਇਕੱਲੀ ਵੈਲੂ ਰਹੇਗੀ, ਅਤੇ ਅਨੁਪਾਤ ਦੇ ਵਿੱਚ ਆਨਸਰ ਆ ਗਿਆ ਆਪਣੇ ਕੋਲ 2:3। ਅਤੇ ਬਾਅਦ ਵਿੱਚ ਇਹਨੂੰ ਉਲਟ ਕਰਾਂਗੇ ਜਦੋਂ ਆਪਾਂ, ਤਾਂ 3:2 ਆਪਣੇ ਕੋਲ ਆਨਸਰ ਆ ਗਿਆ ਪੁੱਤਰੋ, ਠੀਕ ਹੈ। ਇਹ ਧਿਆਨ ਨਾਲ ਕੱਢਣ ਦੀ ਕੋਸ਼ਿਸ਼ ਕਰੋ। ਸਵਾਲ ਉਲਝਣ ਦੀ ਕੋਈ ਲੋੜ ਨਹੀਂ। ਸਵਾਲ ਦੂਸਰਾ ਸਵਾਲ ਬੱਚੋ ਇਹ ਹੈਗਾ, ਥੋੜ੍ਹਾ ਜਿਹਾ ਬੱਚੋ ਐਕਟਿਵ ਹੋ ਪੁੱਤਰੋ, ਐਕਟਿਵ, ਕਿਉਂਕਿ ਜਮਾ ਸੌਖੇ ਸਵਾਲ ਹੈ। ਇਹ ਸਵਾਲ ਕੱਲ੍ਹ ਵੀ ਕਰਾ ਕੇ ਗਿਆ। B ਆ ਭਾਈ, ਸੈਕਸ਼ਨ ਨਾ ਸਮਝ ਲਿਓ ਇਹਨੂੰ। ਆਹ 3A - 2B ਆ ਪੁੱਤਰੋ, ਇਹ B ਬੋਆਏ ਵਾਲੀ, ਠੀਕ ਹੈ। 19:9। ਕੁਛ ਨਹੀਂ ਕਰਨਾ ਬੱਚੋ, ਇਹਨਾਂ ਦੀ ਕ੍ਰੋਸ ਮਲਟੀਪਲਾਈ ਕਰਨੀ ਹੈ, ਜਿਵੇਂ ਤੁਹਾਨੂੰ ਪਹਿਲਾਂ ਕਰਵਾ ਕੇ ਗਿਆ ਗਾ। ਇੰਨਾ ਉਲਝਿਆ ਨਾ ਕਰੋ ਪੁੱਤਰੋ, ਠੀਕ ਹੈ, ਕਿਉਂਕਿ ਜਮਾਂ ਸੌਖੇ ਸਵਾਲ ਹੈ ਇਹ। ਜੇ ਆਪਾਂ ਇਹਦੇ 'ਚ ਵੀ ਉਲਝ ਗਏ ਨਾ, ਫਿਰ ਆਪਣਾ ਕੰਮ ਖਰਾਬ ਹੋ ਜਾਊਗਾ। ਓਕੇ ਜੀ। ਇਹ ਸਵਾਲ ਬੱਚੇ ਨੇ ਪਾਇਆ ਸੀ, 39ਵਾਂ ਸਵਾਲ ਸੀ ਪਾਇਆ ਉਹਨੇ। 3A + 5B, 3A ਮਾਈਨਸ, ਇੱਕ ਮਿੰਟ ਇੱਥੇ ਗਲਤੀ ਹੋ ਗਈ ਥੋੜ੍ਹੀ ਜਿਹੀ, ਇੱਥੇ 5B ਹੈਗਾ, ਅਤੇ ਅਨੁਪਾਤ ਕਿੰਨਾ ਹੈਗਾ 39? 5:1 ਹੈਗਾ। ਤਾਂ ਇੱਥੇ ਵੀ 5:1 ਆਊਗਾ, ਠੀਕ ਹੈ। ਆਹ ਸਵਾਲ ਆ ਪੁੱਤਰ, ਕੁਛ ਨਹੀਂ ਕਰਨਾ। ਕ੍ਰੋਸ ਮਲਟੀਪਲਾਈ ਕਰੀਏ, ਕ੍ਰੋਸ ਮਲਟੀਪਲਾਈ ਕਰਾਂਗੇ। 3A + 5B, 5 ਤੀਏ 15, A ਮਾਈਨਸ 5 5 25B। ਬਸ ਆਹ ਇੱਧਰ ਲਿਆਓ, ਦੂਸਰੇ ਇੱਧਰ ਲਿਆਓ, ਠੀਕ ਹੈ। ਇੱਧਰ ਮਾਈਨਸ 25B ਸੀ, ਜਦੋਂ ਇੱਧਰ ਲੈ ਗਏ ਮਾਈਨਸ 5B ਹੋ ਗਿਆ, ਠੀਕ ਹੈ। B ਵਾਲੇ ਇੱਕ ਪਾਸੇ ਕਰ ਦਿਓ, ਦੂਸਰੇ ਇੱਕ ਪਾਸੇ। ਇਹ 'ਚੋਂ ਘਟਾ ਦਿਓ, ਕਿੰਨਾ ਆ ਗਿਆ ਘਟ ਕੇ? 15 16 15, ਇਹ ਹੋ ਗਿਆ 12 12, ਇਹ ਆ ਗਿਆ ਮਾਈਨਸ ਦਾ। ਜਦੋਂ 25 ਦੇ ਵਿੱਚ 5 ਜੋੜੇ ਮਾਈਨਸ 30 ਆ ਗਿਆ। ਆਹ 30 ਨੂੰ ਇਹਨਾਂ ਘਟਾ ਦਿਓ, B ਆ ਗਿਆ
तो ए तो बी की वैल्यू कितनी आ गई 12 30 आ 6 तो कटिया गया 15 कटिया गया आ 2 तो कटिया गया आह 5 तो कटिया गया 2 अनुपात 5 आंसर आ गया ਇਹਦਾ। ठीक है पुत्रो इन्ना उलझा ना करो, ये एक पहाड़े ते जाते होंगे। इस तो बाद जोड़ा सवाल नहीं आया भाई वो करवा देना तुहानूं मैं। होर किहड़ा सवाल नहीं आया, होर सवाल आया नहीं भाई 44वां। ये नाल सवाल बच्चों तुहानूं करवा के गया। ये कहते 0.2 तो 0.12 देते और 0.3 देता, चौथा अंक पता करना। ये आप उमें जिमें लिखने जिमें तुहानूं एक पहला रेशो वाला सवाल करके गए आप, यह जिहा सवाल आ जाने इन्हूं एस रूट लिख लिया करो। जिवें आप ਇਹਦੀ गुणा ਇਹਦੇ ਨਾਲ ਕਰਦੇ ਹੁੰਦੇ ਆ, ਇਹਦੀ गुणा ਇਹਦੇ ਨਾਲ ਕਰਦੇ ਹੁੰਦੇ ਆ, तो ਇਹਨਾਂ ਦੀ गुणा ਕੀਤੀ 0.12 गुणा 0.3। ठीक है लिख लिया। तो इधर थले आ गया 0.2। ठीक है तो आप एक्स की वैल्यू पता करनी, एक्स इधर लिख लिया। 12 तीह किन्ने हो गए अपने को, 12 तीह हो गए 0.36, थले हो गया 0.2। ओके जी। तो आ इन्हें कट्टे गए कितना आ गया 18 आ गया, तो 0.18 बच्चों का आंसर आ गया। चौथा अंक पता करना सी ये। ठीक है आ सवाल पाता बच्चों अगला, इन्होंने कहते 6 ते 54 के मध्य अनुपात पता करो कि मध्य अनुपात किहड़ा आऊगा। ठीक है वो चीज़ आप पता करनी है मध्य अनुपात वाली। ये पता करने वास्ते पुत्रों आप की करेंगे, जो मध्य अनुपात पता करना है तो आप इन्होंने स्केयर करना पू अपन इन्हों का। स्केयर किमें करेंगे ना महत्वपूर्ण है नहीं सवाल, वैसे सीख लो। आ चीज़ का स्केयर करना पू अपन मध्य अनुपात कढ़ने वास्ते। ठीक है तो हुण आपां इहदा टोटा बनाउणा है, 54 का टोटा बनाउणा है। 54 का टोटा किमें बनूगा, देखो जो आप आ चीज़ को वंडना हो ना, देखो जिमें आपको पता लग गया तो 25 लिखा पे उदाहरण देना, तो आपको पता कि 5 की गुणा 5 ना करके 25 आएगा। जे आपने 36 दिता वा आपको पता कि 6 गुणा 6 करके 36 आएगा। उवें जिमें पुत्रो आप की करना, आप 54 देखना किहदा स्केयर करके आएगा, तो स्केयर करके आंसर होना चाहिए अपने को। वो किमें आऊगा देखो, जो 54 9 छीक 54 होंदा है ना, 9 छीक 54 होंदा है। कहना मतलब 9 किहदा स्केयर है, 9 किहदा स्केयर है 30 का स्केयर है, 30 9। ठीक है 9 छीक 54 नाले स्केयर हो गया, नाल छीका आ गया, गुणा 6 अपने को पहली पिया, तो कॉमन कढ़ लो, छीका कॉमन 13 30 कढ़ लो, 6 गुणा 3 तो मध्य अनुपात बच्चों का आ गया 18 आंसर। ये जो समझ आ गया ठीक है, जो नहीं समझ आया इन्हूं स्किप कर सकते हो। ये कोई बड़ा महत्वपूर्ण सवाल है नहीं पेपर के पॉइंट ऑफ व्यू तो। ठीक है जिहड़े विच ये सवाल होंदे ना, ये बहुत ज़्यादा महत्वपूर्ण सवाल होंदे आ। कहते 21 38 55 106 विचों की घटाया जाए कि नवीं संख्या का जिहड़ा अनुपात आ पुत्रो वो काहदे विच होवे, वो नवीं संख्या का अनुपात 3/4 अनुपात दे विच होवे। हुण आपां ये सवाल कढण की कोशिश करनी है कि ये सवाल किवें निकलूगा। आ चीज़ है नहीं बच्चों विच, ये गलत लिखी गई। ये बस यही पूछेगा कि आ संख्या भाई ये की घटाया जाए कि जिहड़ा अनुपात आवे वो सारिਆਂ ਦੇ ਵਿੱਚ की होवे समान होवे, जिहड़ा अनुपात आवे की घटाया जाए कि अनुपात समान होवे। तो ये वास्ते आप की करांगे पुत्रो, ये वास्ते सब तो पहले ध्यान लाओ कि आपां किहड़ी संख्या घटाइए। तां करके आप कल्ली कल्ली संख्या घटा लेनी है 21 माइनस एक्स, क्योंकि आपको पता नहीं की घटाउणा। तो 21 माइनस एक्स ला लो 38 माइनस 1 ला लो, इन्हां दा जोटा अलग बना लो, इन्हां दा जोटा अलग ला लो बराबर 55 माइनस एक्स, क्योंकि आपको पता नहीं कितना घटाउणा गा। ठीक है तो 106 माइनस एक्स घटा लिया आपस में, क्योंकि देखो इन्होंने की कहा 21 38 55 106 विचों की घटाया जाए कि अनुपात समान होवे अपना। ठीक है तो उवें जिवें आपको जो पता नहीं की घटाउणा, आप एक्स एक्स घटाती, बाद में आप की करते होंगे क्रॉस मल्टीप्लाई वास्ते आप की करते होंगे 21 माइनस एक्स 106 माइनस एक्स, इन्हों का अलग तार लिया 55 माइनस एक्स तो 38 माइनस एक्स, इन्हों आप की तार लिया अलग तार लिया। ठीक है हुण इस तो बाद आप की करना पुत्रो, इस तो बाद आप इन्हां दी क्रॉस मल्टीप्लाई करनी, इन्हां दी आपस में गुणा करनी है। देखो एक ध्यान नाल सुणिओ, जो आप इस तरह नाल एक दूजे की गुणा करनी हुंदी है उदों की मैथड होंदा, पहले एक रकम चक लो, जिवें 21 चक लिया, पहला 21 की 106 नाल गुणा करो, फिर 21 की एक्स नाल गुणा करो, फिर दूजा शब्द चक लिया उहदी 106 नाल गुणा करो, फिर इहदे नाल गुणा करो। उवें जिवें हल होऊगा, जो भाई आप 21 की 106 नाल गुणा करांगे तो अपने कोल की आऊगा, देखने करके 21 गुणा 106 किया जो अपने को आ गया भाई 2226 माइनस जो 21 की एक्स ना की तो यह आ गया अपने को 21 एक्स। इस तो बाद भाई इत्थे भी माइनस सी, ठीक है उंज मैं एक्स लाता 21 ने, हाँ इत्थे माइनस सी करके माइनस ला गया। इस तो बाद आ चक लिया आप, आ चक ली
ਇਹ ਭਾਈ ਮਾਈਨਸ ਐਕਸ ਦੀ ਜਦੋਂ ਆਪਾਂ 106 ਨਾਲ ਕੀਤੀ ਤਾਂ ਇਹ ਮਾਈਨਸ 106x ਆ ਗਿਆ ਆਪਣੇ ਕੋਲੇ। ਠੀਕ ਹੈ, ਇਸ ਤੋਂ ਬਾਅਦ ਜਦੋਂ ਆਪਾਂ ਮਾਈਨਸ ਦੀ ਇਹਦੇ ਨਾਲ ਕੀਤੀ ਤਾਂ ਮਾਈਨਸ ਮਾਈਨਸ ਪਲੱਸ ਹੋ ਕੇ ਕੀ ਬਣ ਗਿਆ ਐਕਸ ਸਕੇਅਰ। ਠੀਕ ਹੈ, ਉਵੇਂ ਜਿਵੇਂ ਆਪਾਂ ਪਰਲੀ ਰਕਮ ਨੂੰ ਛੇੜਾਂਗੇ 55 ਦੀ ਆਪਾਂ ਕਰਾਂਗੇ ਭਾਈ ਕਿਹਦੇ ਨਾਲ ਗੁਣਾ 38 ਨਾਲ ਗੁਣਾ ਕਰਾਂਗੇ 55 ਦੀ। ਜਦੋਂ 55 ਦੀ ਆਪਾਂ 38 ਨਾਲ ਗੁਣਾ ਕਰਤੀ ਤਾਂ ਆਪਣੇ ਕੋਲੇ ਆਨਸਰ ਆ ਜਾਊਗਾ ਭਾਈ 2090। ਇਸ ਤੋਂ ਬਾਅਦ 55 ਦੀ ਜਦੋਂ ਆਪਾਂ ਐਕਸ ਨਾਲ ਕੀਤੀ ਇਹ ਆ ਜਾਊਗਾ ਮਾਈਨਸ 55x। ਇਸ ਤੋਂ ਬਾਅਦ ਜਦੋਂ ਮਾਈਨਸ ਐਕਸ ਦੀ 38 ਨਾਲ ਕੀਤੀ ਤਾਂ ਇਹ ਆ ਜੂ ਮਾਈਨਸ 38x। ਜਦੋਂ ਐਕਸ ਦੀ ਐਕਸ ਨਾਲ ਕੀਤੀ ਤਾਂ ਇਹ ਆ ਜਾਊਗਾ ਪਲੱਸ ਐਕਸ ਸਕੇਅਰ। ਓਕੇ, ਹੁਣ ਆਪਾਂ ਕੀ ਕਰਨਾ ਇੱਧਰਲਾ ਇੱਧਰਲਾ ਹੱਲ ਕਰ ਲਈਏ। ਪਹਿਲਾਂ ਆਪਾਂ ਇੱਧਰਲਾ ਇੱਧਰਲਾ ਆਪਾਂ ਹੱਲ ਕਰ ਲਈਏ। ਉਹ ਹੱਲ ਕਿਵੇਂ ਕਰਾਂਗੇ ਆਪਾਂ ਇੱਧਰਲਾ ਇੱਧਰਲਾ ਜਦੋਂ 2226 ਆਪਾਂ ਤਾਰ ਲਿਆ, ਜਦੋਂ ਤੁਹਾਨੂੰ ਦੱਸਿਆ ਕਿ ਮਾਈਨਸ ਮਾਈਨਸ ਵਾਲੇ ਆਪਸ ਦੇ ਵਿੱਚ ਜੁੜ ਜਾਂਦੇ ਹੁੰਦੇ ਆ ਤਾਂ ਇਹ ਕਿੰਨਾ ਹੋ ਜਾਊਗਾ ਜਦੋਂ ਆਪਾਂ 106 ਦੇ ਵਿੱਚ ਪਲੱਸ ਕਰਾਂਗੇ ਕਿੰਨਾ 21 ਤਾਂ ਆਪਣੇ ਕੋਲੇ ਆ ਜਾਊਗਾ 127x ਪਲੱਸ ਐਕਸ ਸਕੇਅਰ। ਦੂਸਰੇ ਪਾਸੇ 2090 ਉਵੇਂ ਜਿਵੇਂ ਲਾ ਲਓ। 55 ਦੇ ਵਿੱਚ ਜਦੋਂ ਆਪਾਂ 38 ਜੋੜਾਂਗੇ 55 ਪਲੱਸ 38 ਤਾਂ ਇਹ ਆ ਜਾਊਗਾ ਮਾਈਨਸ ਦਾ 93x ਪਲੱਸ ਐਕਸ ਸਕੇਅਰ। ਓਕੇ ਜੀ, ਐਕਸ ਐਕਸ ਵਾਲੇ ਆਪਸ ਦੇ ਵਿੱਚ ਕੱਟੇ ਜਾਣਗੇ। ਮਗਰ ਕੀ ਬਚ ਗਿਆ ਆਪਣੇ ਕੋਲੇ 2226 ਮਾਈਨਸ 127x। ਦੂਜੇ ਪਾਸੇ ਬਚ ਗਿਆ 2090 ਮਾਈਨਸ 93x। ਹੁਣ ਆਪਾਂ ਕੀ ਕਰਨਾ ਗਾ, ਹੁਣ ਆਪਾਂ ਤਾਂ ਵਾਲਾ ਮਟੇ ਦਿੰਦੇ ਪੁੱਤਰੋ ਕਿਉਂਕਿ ਜਗ੍ਹਾ ਹੈ ਨਹੀਂ ਆਪਣੇ ਕੋਲੇ। ਹੁਣ ਜਿਹੜਾ ਬਚ ਗਿਆ ਆਪਣੇ ਕੋਲ ਕੀ ਬਚ ਗਿਆ 2226 ਨੂੰ ਇੱਧਰ ਰੱਖ ਲੈਂਦੇ ਆ ਤੇ 2090 ਨੂੰ ਇੱਧਰ ਲਿਆਵਾਂਗੇ। ਮਾਈਨਸ 2090 ਹੋ ਜਾਊਗਾ। ਉੱਧਰ ਕੀ ਪਿਆ, ਉੱਧਰ ਮਾਈਨਸ ਪਿਆ 93x ਦੇ 0 ਇੱਧਰ 127 ਉੱਧਰ ਲੈ ਕੇ ਜਾਵਾਂਗੇ ਤਾਂ ਪਲੱਸ ਦਾ ਬਣ ਜਾਊਗਾ 127x। ਹੁਣ ਆਪਾਂ 2226 ਦੇ ਵਿੱਚੋਂ ਕੀ ਕਰਨਾ 2226 ਦੇ ਵਿੱਚੋਂ ਮਾਈਨਸ ਕਰ ਦਾਂਗੇ 2090। ਇਹ ਬਣ ਗਿਆ ਆਪਣੇ ਕੋਲੇ 136 ਤੇ ਇੱਧਰ 93 ਦੇ ਵਿੱਚੋਂ 127 ਘਟਾਏ 127 ਮਾਈਨਸ 93 ਤਾਂ 127 ਪਲੱਸ ਦਾ ਵੱਡਾ ਹੋਣ ਕਰਕੇ ਤਾਂ ਇਹ ਬਣ ਗਿਆ ਭਾਈ 34 ਪਲੱਸ ਦਾ ਆ ਜਾਊਗਾ। ਇਹਨਾਂ ਲੱਗ ਜੂ ਐਕਸ। ਹੁਣ ਆਪਾਂ ਐਕਸ ਦੀ ਵੈਲਿਊ ਕੱਢਣਾ ਤੇ ਐਕਸ ਨੂੰ ਬਾਹਰ ਲਾ ਲਾਂਗੇ 136/34 ਕਰ ਦਾਂਗੇ ਤੇ 136/34 ਨੂੰ ਜਿਹੜਾ ਆਪਾਂ ਇੱਕ ਦੂਜੇ ਨਾਲ ਵੱਡਾਂਗੇ ਤਾਂ ਇਹ ਭਾਈ ਆ ਜਾਊਗਾ ਆਨਸਰ ਆਪਣੇ ਕੋਲੇ ਕੱਟ ਕਟਾ ਕੇ 4 ਤੇ 4 ਭਾਈ ਇਹਦਾ ਆਨਸਰ ਹੈਗਾ। ਠੀਕ ਹੈ, ਜੇਕਰ ਇਹਨਾਂ ਸਾਰੀਆਂ ਸੰਖਿਆਵਾਂ ਦੇ ਵਿੱਚੋਂ ਆਪਾਂ 4 ਘਟਾਈ ਜਾਈਏ ਤਾਂ ਸਾਰਿਆਂ ਦਾ ਅਨੁਪਾਤ ਸੇਮ ਆ ਜਾਊਗਾ। ਇਹ ਸਵਾਲ ਬੱਚੋ ਵੱਡਾ ਥੋੜ੍ਹਾ ਜਿਹਾ ਆਪਦੀ ਕਾਪੀ 'ਤੇ ਕਰਕੇ ਦੇਖ ਲਿਓ। ਇਹਦੇ ਨਾਲ ਦਾ ਸੇਮ ਟੂ ਸੇਮ ਸਵਾਲ ਮੈਂ ਕੋ ਹੋਰ ਕੱਢਣ ਲੱਗਿਆ ਤੁਹਾਡੇ ਵਾਸਤੇ। ਦੇਖੋ ਜੀ, ਅਗਲਾ ਸਵਾਲ ਆ ਗਿਆ ਜਮਾ ਸੇਮ ਟੂ ਸੇਮ ਸਵਾਲ ਹੈ। ਇਹਦੇ ਵਿੱਚ ਹੁਣ ਪਿਛਲੀ ਵਾਰ ਪੁੱਛਿਆ ਕੀ ਘਟਾਇਆ ਜਾਵੇ, ਕਿਹਨੇ ਪੁੱਛਣਾ ਕੀ ਜੋੜਿਆ ਜਾਵੇ ਕਿ ਅਨੁਪਾਤ ਸਮਾਨ ਹੋਵੇ। ਉਵੇਂ ਜਿਵੇਂ ਲਿਖ ਲਓ 5 ਪਲੱਸ ਐਕਸ 13 ਪਲੱਸ ਐਕਸ 22 ਪਲੱਸ ਐਕਸ 47 ਪਲੱਸ ਐਕਸ। ਇਸ ਤੋਂ ਬਾਅਦ ਇਹ ਕ੍ਰੋਸ ਮਲਟੀਪਲਾਈ ਕਰੋ। ਜਦੋਂ ਕ੍ਰੋਸ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲੇ 5 ਪਲੱਸ ਐਕਸ 47 ਪਲੱਸ ਐਕਸ ਬਰਾਬਰ 22 ਪਲੱਸ ਐਕਸ ਅਤੇ 13 ਪਲੱਸ ਐਕਸ। ਇਹ ਚੀਜ਼ ਆ ਜੂਗੀ। ਉਵੇਂ ਜਿਵੇਂ ਜਦੋਂ ਆਪਾਂ ਗੁਣਾ ਕਰਦੇ ਹੁੰਦੇ ਪਹਿਲਾਂ 5 ਚੱਕ ਕੇ ਇਹਦੇ ਨਾਲ ਗੁਣਾ, ਫਿਰ 5 ਦੀ ਇਹਦੇ ਨਾਲ ਗੁਣਾ, ਫਿਰ ਅਗਲੀ ਰਕਮ ਚੱਕ ਕੇ ਇਹਦੇ ਨਾਲ ਗੁਣਾ, ਫਿਰ ਅਗਲੀ ਰਕਮ ਚੱਕ ਕੇ ਇਹੀ ਰਕਮ ਚੱਕ ਕੇ ਅਗਲੇ ਨਾਲ ਗੁਣਾ। ਠੀਕ ਹੈ, ਐਂ ਪ੍ਰੋਸੈਸ ਹੁੰਦਾ ਆਪਣਾ। ਹੁਣ ਤੁਹਾਨੂੰ ਮੈਂ ਕੱਢ ਕੇ ਦਿਖਾਉਣਾ ਕਿਵੇਂ ਹੁੰਦਾ ਦੇਖੋ ਧਿਆਨ ਨਾਲ। ਜੇ 5 ਦੀ ਆਪਾਂ 47 ਨਾਲ ਗੁਣਾ ਕੀਤੀ ਸਭ ਤੋਂ ਪਹਿਲਾਂ 5 ਦੀ 47 ਨਾਲ ਗੁਣਾ ਕੀਤੀ ਤਾਂ ਆਪਣੇ ਕੋਲ ਕਿੰਨਾ ਆਨਸਰ ਆ ਜਾਊਗਾ। ਜਦੋਂ 5 ਦੀ ਭਾਈ ਆਪਾਂ ਕੀਤੀ 47 ਨਾਲ ਗੁਣਾ ਤਾਂ ਆਪਣੇ ਕੋਲ ਆ ਜਾਊਗਾ 235। ਇਸ ਤੋਂ ਬਾਅਦ ਅਸੀਂ 5 ਦੀ ਐਕਸ ਨਾਲ ਕੀਤੀ ਤਾਂ 5x ਹੋ ਗਿਆ। ਇਸੇ ਐਕਸ ਦੀ ਹੁਣ ਆਪਾਂ ਇੱਧਰ ਨਿਬੜ ਗਿਆ। 5 ਦੀ ਆਪਾਂ 47 ਨਾਲ ਵੀ ਕਰਤੀ, 5 ਦੀ ਆਪਾਂ ਐਕਸ ਨਾਲ ਵੀ ਕਰਤੀ। ਹੁਣ ਆਪਾਂ ਐਕਸ ਦੀ 47 ਨਾਲ ਕੀਤੀ ਤਾਂ ਆ ਗਿਆ ਆਪਣੇ ਕੋਲੇ ਪਲੱਸ 47x ਪਲੱਸ ਜਦੋਂ ਐਕਸ ਦੀ ਨਾਲ ਕੀਤੀ ਤਾਂ ਆਪਣੇ ਕੋਲੇ ਆ ਗਿਆ ਐਕਸ ਸਕੇਅਰ। ਦੂਜੇ ਪਾਸੇ ਹੁਣ ਆਪਾਂ ਇਹਦਾ ਹੱਲ ਕਰਦੇ 22 ਦੀ 13 ਨਾਲ ਗੁਣਾ ਕੀਤੀ। ਜਦੋਂ 22 ਗੁਣਾ 13 ਕੀਤਾ ਤਾਂ ਆਪਣੇ ਕੋਲੇ ਆ ਗਿਆ ਭਾਈ 286। ਜਦੋਂ 22 ਦੀ ਐਕਸ ਨਾਲ ਕੀਤੀ ਤਾਂ ਆਪਣੇ ਕੋਲੇ ਆ ਗਿਆ 22x ਪਲੱਸ 13x ਪਲੱਸ ਐਕਸ ਸਕੇਅਰ। ਓਕੇ, ਹੁਣ ਆਪਾਂ ਕੀ ਕਰਦੇ ਹਾਂ ਐਕਸ ਐਕਸ ਵਾਲੇ ਆਪਸ ਦੇ ਵਿੱਚ ਜੋੜ ਦਿੰਦੇ ਹਾਂ। 235 ਪਲੱਸ 47 ਦੇ ਵਿੱਚ 5 ਜੋੜੇ ਇਹ ਹੋ ਗਿਆ ਆਪਣੇ ਕੋਲੇ 52x। ਓਕੇ ਜੀ, ਅਤੇ ਪਲੱਸ ਐਕਸ ਸਕੇਅਰ ਉਵੇਂ ਜਿਵੇਂ ਤਾਰ ਲਓ। ਇਸ ਤੋਂ ਬਾਅਦ 286 ਵੀ ਉਵੇਂ ਜਿਵੇਂ ਤਾਰ ਲਓ।
22 ਦੇ ਵਿੱਚ ਜਦੋਂ ਆਪਾਂ 13 ਜੋੜਾਂਗੇ ਇਹ ਆਪਣੇ ਕੋਲ ਆ ਜਾਣਗੇ 22 + 13, ਇਹ ਆ ਗਿਆ ਆਪਣੇ ਕੋਲ 35x + x ਦੀ ਸਕੁਏਅਰ ਉਵੇਂ ਜਿਵੇਂ ਤਾਰ ਲਈ। ਆਹ ਆਪਸ ਦੇ ਵਿੱਚ ਕੱਟੇ ਜਾਣਗੇ। ਠੀਕ ਹੈ, ਆਪਣੇ ਕੋਲ ਕੀ ਬਚ ਗਿਆ 235। 235 ਨੂੰ ਆਪਾਂ ਹੁਣ ਦੂਸਰੀਆਂ x ਨੇ ਅਲੱਗ ਕਰ ਦੇਣਾ, ਦੂਸਰੇ ਸਿੰਪਲ ਰਕਮ ਅਲੱਗ ਕਰ ਲੈਂਦੇ ਹਾਂ। ਜਦੋਂ 235 ਇੱਧਰ ਹੈਗਾ, ਜੋ 286 ਇੱਧਰ ਆਊਗਾ ਇਹ ਬਣ ਜੂਗਾ ਮਾਈਨਸ ਦਾ, ਇੱਧਰ ਹੈਗਾ 35x, ਜਦੋਂ ਪਰਲੇ ਪਾਸੇ ਜਾਊਗਾ 52 ਉੱਧਰ ਜਾਊਗਾ, ਇਹ ਪਲੱਸ ਵਿੱਚ ਜਾ ਕੇ ਮਾਈਨਸ ਦਾ ਹੋ ਜੂ, ਇਹ ਬਣ ਜੂ 52x। ਠੀਕ ਹੈ, ਹੁਣ ਇਹ ਆਪਸ ਦੇ ਵਿੱਚ ਘਟਣਗੇ। ਠੀਕ ਹੈ, ਆਪਸ ਦੇ ਵਿੱਚ ਘਟਣਗੇ। ਜਦੋਂ ਆਪਾਂ 286 ਮਾਈਨਸ 235 ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ 51, ਅਤੇ 035 ਮਾਈਨਸ 52 ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ ਮਾਈਨਸ 17x। ਜੇ ਦੋਨਾਂ ਪਾਸੇ ਮਾਈਨਸ ਹੋਵੇ ਤਾਂ ਆਪਸ ਦੇ ਵਿੱਚ ਕੱਟੀ ਜਾਂਦੀ ਹੁੰਦੀ ਹੈ। ਆਪਣੇ ਕੋਲ ਰਕਮ ਕੀ ਬਣ ਗਈ 17 ਥੱਲੇ ਲੱਗ ਜੂ, ਕਿਉਂਕਿ ਜਦੋਂ ਆਪਾਂ x ਦੀ ਵੈਲੂ ਕੱਢਣੀ ਹੈ ਤਾਂ 51 ਲੱਗ ਜੂਗਾ ਉੱਪਰ, 17 ਤੀਆ 51 ਅਤੇ x ਦੀ ਵੈਲੂ ਆ ਗਈ ਆਪਣੇ ਕੋਲ 3। ਜੇਕਰ ਆਪਾਂ ਇਹਨਾਂ ਸਾਰੀਆਂ ਸੰਖਿਆਵਾਂ ਦੇ ਵਿੱਚ 3 ਜੋੜੀ ਜਾਵਾਂਗੇ ਤਾਂ ਇਹਨਾਂ ਸਾਰਿਆਂ ਦਾ ਅਨੁਪਾਤ ਸੇਮ ਆਊਗਾ। ਓਕੇ ਜੀ। ਅਗਲਾ ਸਵਾਲ ਆ ਗਿਆ ਪੁੱਤਰੋ ਆਪਣੇ ਕੋਲੇ, ਕਹਿੰਦੇ ਦੋ ਸੰਖਿਆਵਾਂ ਦਾ ਅਨੁਪਾਤ, ਦੋ ਸੰਖਿਆਵਾਂ ਉਹ 1:3 ਦੇ ਵਿੱਚ ਹਨ ਅਤੇ ਉਹਦਾ ਜੋੜਫਲ 240 ਹੈ, ਤਾਂ ਇਹਨਾਂ ਦੇ ਵਿੱਚ ਅੰਤਰ ਦੱਸਣਾ ਕਿੰਨਾ ਹੋਊਗਾ। ਕੀ ਦੱਸਣਾ ਪੁੱਤਰੋ, ਇਹਨਾਂ ਦੇ ਵਿੱਚ ਆਪਾਂ ਅੰਤਰ ਦੱਸਣਾ। ਦੇਖੋ ਕਹਿੰਦਾ ਮਤਲਬ ਕਿ ਦੋ ਸੰਖਿਆਵਾਂ, ਇੱਕ ਕੋਲ 1 ਹਿੱਸੇ, ਇੱਕ ਕੋਲ 3 ਹਿੱਸੇ ਹੈ। ਟੋਟਲ ਕਿੰਨੇ ਹਿੱਸੇ ਹੋ ਗਏ? ਇਹ 4 ਹਿੱਸੇ ਹੋ ਗਏ। 4 ਹਿੱਸਿਆਂ ਦੀ ਵੈਲੂ ਕਿੰਨੀ ਹੈ? 240। ਤਾਂ ਆਪਾਂ 240 ਨੂੰ 1 ਵਿੱਚ 4 'ਤੇ ਮੰਨ ਕੇ ਦੇਖ ਲੈਂਦੇ, ਆਪਣੇ ਕੋਲ 1 ਹਿੱਸਾ ਆ ਜਾਊਗਾ, 6 ਚੌਂਕਾ 24। 1 ਹਿੱਸਾ ਕਿੰਨਾ ਗਾ? 60 ਦਾ ਹੋ ਗਿਆ 1 ਹਿੱਸਾ। ਅਤੇ ਜਦੋਂ 1 ਹਿੱਸਾ 60 ਦਾ ਹੋ ਗਿਆ ਤਾਂ ਇਹਦੇ 'ਚ ਅੰਤਰ ਕਿੰਨਾ ਹੋ ਗਿਆ? 1 ਹਿੱਸੇ ਦੀ ਵੈਲੂ ਕਿੰਨੀ ਹੋ ਗਈ? 60, ਅਤੇ 3 ਹਿੱਸੇ ਦੀ ਵੈਲੂ ਕਿੰਨੀ ਹੋ ਗਈ? 180। ਠੀਕ ਹੈ, 180 ਦੇ ਵਿੱਚ ਜਦੋਂ ਆਪਾਂ 160 ਘਟਾਏ ਕਿੰਨਾ ਰਹਿ ਗਿਆ ਮਗਰ? 120। ਠੀਕ ਹੈ, ਇਹ ਆ ਗਿਆ ਨਾ ਆਨਸਰ। ਧਿਆਨ ਨਾਲ ਦੇਖੋ, ਦੋ ਸੰਖਿਆਵਾਂ ਦਿੱਤੀਆਂ ਸੀ ਉਹਨਾਂ ਨੇ, ਕੀ ਕਿਹਾ ਸੀ? ਕਹਿੰਦੇ 1 ਦਾ ਹਿੱਸਾ ਤਾਂ 1 ਹੈ, 1 ਦਾ ਹਿੱਸਾ 3 ਹੈਗਾ। ਸਮਝ ਲਓ ਮੇਰੇ ਕੋਲ 4 ਟੋਫੀਆਂ ਸੀ। ਠੀਕ ਹੈ, ਮੇਰੇ ਕੋਲ ਮੈਂ 4 ਟੋਫੀਆਂ ਲੈ ਕੇ ਉਹਦੇ 'ਚ 1 ਟੋਫੀ ਤਾਂ ਮੇਰੇ ਕੋਲ, 1 ਟੋਫੀ ਤਾਂ ਮੈਂ ਅਲੱਗ ਰੱਖਤੀ, ਅਤੇ 3 ਟੋਫੀਆਂ ਮੈਂ 1 ਨੂੰ ਦੇ ਦਿੱਤੀਆਂ। ਠੀਕ ਹੈ, 2 ਬੰਦਿਆਂ ਨੂੰ ਮੈਂ ਟੋਫੀਆਂ ਦੇਣੀਆਂ, 1 ਨੂੰ 1 ਟੋਫੀ ਦਿੱਤੀ, 1 ਨੂੰ 3 ਟੋਫੀ ਦੇ ਦਿੱਤੀ। ਬਾਅਦ 'ਚ ਮੈਂ ਇਹਨਾਂ ਨੂੰ ਇਹ ਦੱਸਤਾ, ਮੈਂ ਕਿਹਾ ਬਈ ਇਹਨਾਂ ਦੋਨੇ ਟੋਫੀਆਂ 240 ਰੁਪਈਆਂ ਦੀਆਂ ਆਈਆਂ ਗਈਆਂ, ਤਾਂ ਮੈਨੂੰ ਇਹ ਦੱਸੋ ਕਿ ਤੁਹਾਡੇ ਦੋਨਾਂ ਦੇ ਰੁਪਈਆਂ ਦੇ ਵਿੱਚ ਕਿੰਨਾ ਫਰਕ ਰਹਿ ਗਿਆ। ਤਾਂ ਉਹਦੇ 'ਚੋਂ ਇੱਕ ਬੋਲਦਾ, ਕਹਿੰਦਾ ਐਂ ਕਰੋ ਜੀ ਆਪਾਂ ਸਾਰੀਆਂ ਟੋਫੀਆਂ ਗਿਣ ਲੈਂਦੇ ਹਾਂ, ਸਾਰੀਆਂ ਟੋਫੀਆਂ 4 ਹੋ ਗਈਆਂ, ਆਪਾਂ 4 ਨੂੰ ਜਿੰਨੇ ਤੁਸੀਂ ਲੈ ਕੇ ਆਏ ਹੋ ਟੋਫੀਆਂ ਉਹਨਾਂ ਦੇ ਵੰਡ ਦਿੰਦੇ ਹਾਂ। ਜੋ ਵੰਡਿਆ ਤਾਂ ਆਪਾਂ ਨੂੰ ਪਤਾ ਲੱਗ ਗਿਆ ਜੀ 1 ਟੋਫੀ ਦੀ ਵੈਲੂ 60 ਹੈ। ਉਹ ਕਹਿੰਦਾ ਜਿਹੜੀ ਤੁਸੀਂ ਮੈਨੂੰ 1 ਟੋਫੀ ਦਿੱਤੀ ਹੈ ਉਹਦੀ ਵੈਲੂ 60 ਹੈ, ਜਿਹੜੀ ਤੁਸੀਂ ਮੇਰੇ ਨਾਲ ਦੀ ਟੋਫੀ ਦਿੱਤੀ ਹੈ ਇਹਦੇ ਕੋਲ 3 ਟੋਫੀਆਂ ਹੋ ਗਈ, ਇਹਦੀ ਵੈਲੂ 104 180 ਹੋ ਗਈ। ਸਾਡਾ ਤੁਸੀਂ ਅੰਤਰ ਹੀ ਪਤਾ ਕਰਨਾ ਕਿੰਨੇ ਦਾ ਫਰਕ ਰਹਿ ਗਿਆ, ਅਤੇ ਕਹਿੰਦਾ 60 ਤੋਂ 180 ਘਟਾ 120, ਸਾਡੀ ਭਾਈ ਆਨਸਰ ਆ ਗਿਆ, ਸਾਡਾ ਰੌਲਾ ਮੁੱਕ ਗਿਆ ਸਾਰਾ। ਠੀਕ ਹੈ ਜੀ। ਇਸ ਤੋਂ ਬਾਅਦ ਅਗਲੇ ਸਵਾਲ 'ਤੇ ਦੇਖੋ ਜੀ, ਅਗਲਾ ਸਵਾਲ ਆਪਣੇ ਕੋਲ ਬੱਚੋ ਕੀ ਆ ਗਿਆ, ਕਹਿੰਦੇ ਕਿਸੇ ਵਿਅਕਤੀ ਦੀ ਆਮਦਨ ਅਤੇ ਖਰਚ 11:10 ਹੈ। ਸਮਝ ਲਓ ਕੀ ਹੈ ਮਤਲਬ 11:10 ਦਾ ਮਤਲਬ ਕੀ ਹੈ। ਪਹਿਲਾਂ ਤਾਂ ਇਹ ਸਮਝਣਾ ਬੱਚੋ ਆਪਾਂ 11:10 ਦਾ ਮਤਲਬ ਕੀ ਬਣਦਾ ਹੈਗਾ। ਦੇਖੋ 11:10 ਦਾ ਮਤਲਬ ਬੱਚੋ ਇਹ ਹੈ ਕਿ ਉਹ ਬੰਦਾ 11 ਰੁਪਏ ਦਾ ਕਮਾ ਰਿਹਾ ਹੈ ਅਤੇ 10 ਰੁਪਏ ਕੀ ਕਰ ਰਿਹਾ? ਖਰਚ ਕਰ ਰਿਹਾ ਹੈ। ਕਹਿੰਦਾ ਮਤਲਬ ਜੇ ਮੇਰੀ ਆਮਦਨ ਹੈਗੀ ਹੈ 11,000, ਇਹਦੀ ਰੇਸ਼ੋ ਹੁੰਦੀ ਹੈ ਬੱਚੋ, ਜਿਵੇਂ ਰੇਸ਼ੋ ਦਿੱਤੀ ਹੁੰਦੀ ਹੈ ਇਹਨਾਂ ਆਪਾਂ ਕੁਛ ਵੀ ਮੰਨ ਸਕਦੇ ਹਾਂ। ਜਿਵੇਂ 11:10 ਦਿੱਤਾ ਹੋਇਆ, ਇਹਨੂੰ ਆਪਾਂ 11 ਰੁਪਏ ਵੀ ਮੰਨ ਸਕਦੇ ਹਾਂ ਕਿ ਕੋਈ ਬੰਦਾ 11 ਰੁਪਏ ਕਮਾਉਂਦਾ 10 ਰੁਪਏ ਖਰਚਾ ਕਰਦਾ ਹੈ। ਜਾਂ ਆਪਾਂ ਇਹ ਵੀ ਸਮਝ ਸਕਦੇ ਕੋਈ ਬੰਦਾ 11,000 ਰੁਪਏ ਕਮਾ ਰਿਹਾ 10,000 ਰੁਪਏ ਖਰਚਾ ਕਰਦਾ ਹੈ। ਜਾਂ ਆਪਾਂ ਇਹ ਵੀ ਸਮਝ ਸਕਦੇ ਕੋਈ ਬੰਦਾ 110 ਰੁਪਏ ਕਮਾ ਰਿਹਾ 100 ਰੁਪਏ ਖਰਚਾ ਕਰਦਾ ਹੈ। ਆਪਾਂ ਇਹ ਵੀ ਸਮਝ ਸਕਦੇ ਕੋਈ ਬੰਦਾ 11 ਲੱਖ ਰੁਪਏ ਕਮਾ ਰਿਹਾ ਅਤੇ 10 ਲੱਖ ਰੁਪਏ ਖਰਚਾ ਕਰਦਾ ਹੈ। ਠੀਕ ਹੈ, ਰੇਸ਼ੋ ਦਾ ਮਤਲਬ ਇਹ ਹੁੰਦਾ ਕਿ ਆਪਾਂ ਕੁਛ ਮਰਜ਼ੀ ਬਣ ਸਕਦੇ ਹਾਂ। ਉਹਨੇ ਇੱਕ ਆਪਾਂ ਨੂੰ ਆਈਡੀਆ ਦੇ ਦਿੰਦਾ ਹੁੰਦਾ ਉਹ ਬੰਦਾ। ਠੀਕ ਹੈ, ਇੱਕ ਆਪਾਂ ਨੂੰ ਬੱਚੋ ਆਈਡੀਆ ਦੇ ਦਿੰਦਾ ਹੁੰਦਾ ਕਿ ਭਾਈ ਇੱਥੋਂ ਐਂ ਆਊਗਾ, ਇੰਨੀ ਦੀ ਰੇਸ਼ੋ ਹੈ। ਤਾਂ ਉਵੇਂ ਜੇ ਮਤਲਬ ਜਦੋਂ ਆਪਾਂ ਇਹ ਸਵਾਲ ਕੱਢਣ ਦੀ ਕੋਸ਼ਿਸ਼ ਕਰਾਂਗੇ, ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਦੇਖਣਾ ਹੈਗਾ, ਧਿਆਨ ਨਾਲ ਦੇਖੋ। ਕਿਸੇ ਵਿਅਕਤੀ ਦੀ ਆਮਦਨ ਅਤੇ ਖਰਚ 11:10 ਹੈ ਅਤੇ ਉਹ ਪ੍ਰਤੀ ਸਾਲ 9,000 ਰੁਪਏ ਦੀ ਬਚਤ ਕਰਦਾ ਹੈ। ਪ੍ਰਤੀ ਸਾਲ ਕਹਿੰਦਾ ਮਤਲਬ ਸਾਰੇ ਸਾਲ ਦੇ ਵਿੱਚ ਕਿੰਨੇ ਮਹੀਨੇ ਹੁੰਦੇ? 12 ਮਹੀਨੇ ਹੁੰਦੇ, ਉਹਦੇ ਵਿੱਚ 9,000 ਰੁਪਏ ਦੀ ਬਚਤ ਕਰਦਾ ਹੈ। ਤਾਂ ਉਸ ਦੀ ਮਹੀਨੇ ਦੀ ਤਨਖਾਹ ਦੱਸੋ। ਇਹਦੇ ਬਾਰੇ ਆਪਾਂ ਕੀ ਕਰਾਂਗੇ? ਦੇਖੋ, ਆਮਦਨ ਕਾਹਦੇ ਬਰਾਬਰ ਹੁੰਦੀ ਹੈ? ਬਚਤ ਕਾਹਦੇ ਬਰਾਬਰ ਹੁੰਦੀ ਹੈ? ਆਮਦਨ ਪਲੱਸ ਖਰਚ। ਠੀਕ ਹੈ, ਆਮਦਨ ਅਤੇ ਖਰਚ ਦੇ ਵਿੱਚੋਂ ਜਿਹੜੀ ਨਿਕਲਦੀ ਹੁੰਦੀ ਹੈ ਉਹ ਬਚਤ ਨਿਕਲਦੀ ਹੁੰਦੀ ਹੈ। ਸਿਰਫ ਇੱਕ ਸਮਝਾਉਣ ਦਾ ਜ਼ਰੀਆ। ਹੁਣ ਤਾਂ ਆਪਾਂ ਕੀ ਕਰਨਾ, ਦੇਖੋ ਕਿੰਨੇ ਰੁਪਏ ਕਮਾ ਰਿਹਾ ਉਹ ਕਮਾ ਰਿਹਾ 11 ਰੁਪਏ ਸਮਝ ਲਓ, ਅਤੇ ਉਹਦੇ ਵਿੱਚੋਂ ਕਿੰਨੇ ਰੁਪਏ 11 ਨਾਲ ਐਕਸ ਲਾ ਲਓ, ਅਤੇ ਉਹਦੇ ਵਿੱਚੋਂ ਕਿੰਨੇ ਰੁਪਏ ਖਰਚ ਕਰ ਰਿਹਾ 10, ਅਤੇ ਮਗਰ ਕਿੰਨੇ ਬਚ ਗਈ? ਐਕਸ। 11 ਦੇ ਵਿੱਚੋਂ ਕੱਢੀ ਮਗਰ ਕਿੰਨੀ ਬਚ ਗਈ? 1 ਐਕਸ ਬਚ ਗਈ। ਕਹਿੰਦਾ ਉਹਦੀ ਬਚਤ ਕਿੰਨੀ ਹੈ? 1 ਐਕਸ।
ठीक है। एक एक्स बचा रहा किन्ने साल ਦੇ ਇੱਕ ਐਕਸ ਦੀ ਬਚਤ ਕਰ ਉਹ 1 ਸਾਲ ਦੇ ਵਿੱਚ 9000 ਰੁਪਏ ਜੋੜ ਲੈਂਦਾ ਤੇ ਸਾਲ ਦੇ ਵਿੱਚ ਕਿੰਨੇ ਮਹੀਨੇ ਹੁੰਦੇ ਆ 12 ਹੁੰਦੇ 12 ਦੀ ਆਪਾਂ ਐਕਸ ਨਾਲ ਗੁਣਾ ਕੀਤੀ ਤਾਂ ਆਪਣੇ ਕੋਲ ਕਿੰਨੀ ਵੈਲੂ ਆ ਗਈ 12x ਆ ਜਿਹੜੀ 12x ਆ ਬੱਚੋ ਇਹ ਉਹਦੀ ਬਚਤ ਹੈ। ਧਿਆਨ ਨਾਲ ਦੁਬਾਰੇ ਫੇਰ ਸਮਝੋ 11x ਦਾ ਰੁਪਏ ਕਮਾ ਰਿਹਾ ਸੀ ਉਹ 10x ਖਰਚ ਕਰ ਰਿਹਾ ਹੈ। ਆਮਦਨ ਦੇ ਵਿੱਚੋਂ ਜਦੋਂ ਆਪਾਂ ਖਰਚ ਘਟਾਵਾਂਗੇ ਤਾਂ ਜਿਹੜਾ ਬਚ ਜੂਗਾ ਉਹ ਬਚਤ ਰਹਿ ਜਾਂਦੀ ਹੁੰਦੀ ਹੈ। ਠੀਕ ਹੈ। ਆਮਦਨ ਦੇ ਵਿੱਚੋਂ ਜੇ ਆਪਾਂ ਖਰਚ ਘਟਾਵਾਂਗੇ ਜਿੰਨਾ ਬਚ ਜੂਗਾ ਜੇਕਰ ਆਮਦਨ ਵੱਧਦਾ ਗਾ ਤਾਂ ਉਹ ਬਣ ਜੂਗਾ ਆਪਣਾ ਕੀ ਬਣ ਜੂ ਬਚਤ ਕਿੰਨੀ ਕਰ ਰਿਹਾ ਉਹ 1x ਦੀ ਕਿੰਨੇ ਮਹੀਨੇ ਦੇ ਵਿੱਚ 1 ਮਹੀਨੇ ਦੇ ਵਿੱਚ ਕਿਉਂਕਿ ਹਰ ਮਹੀਨੇ ਦੀ ਤਨਖਾਹ ਦਾ ਵੇਰਵਾ ਗਾ ਅਤੇ ਬਚਤ ਕਿੰਨੀ ਕਰ ਰਿਹਾ ਉਹ 9000 ਕਹਿੰਦਾ ਉਹ 12x ਕਿਹਦੇ ਬਰਾਬਰ ਹੈ 9000 ਦੇ ਤਾਂ ਆਪਾਂ x ਦੀ ਵੈਲੂ ਕੱਢਣ ਵਾਸਤੇ 9000 ਬਟਾ 12 ਕਰਾਂਗੇ। ਠੀਕ ਹੈ। ਕਿਉਂਕਿ ਇੱਕ ਮਹੀਨੇ ਦੇ ਵਿੱਚ 1x ਕਮਾ ਰਿਹਾ ਅਤੇ 12 ਮਹੀਨਿਆਂ ਦੇ ਵਿੱਚ ਕਿੰਨੀ ਕਮਾਊਗਾ 12x ਕਮਾਊਗਾ ਕਿਉਂਕਿ ਇਹਨੇ ਪ੍ਰਤੀ ਸਾਲ ਦੀ ਗੱਲ ਕੀਤੀ ਹੈ। ਤਾਂ ਜਦੋਂ ਆਪਾਂ 9000 ਭਾਗ 12 ਕਰਾਂਗੇ ਪੁੱਤਰੋ ਤਾਂ ਇਹ ਆ ਜਾਊਗਾ ਆਪਣੇ ਕੋਲ x ਦੀ ਵੈਲੂ 750। ਹੁਣ ਆਪਾਂ ਕੀ ਕੱਢਣਾ ਉਹਦਾ ਹੁਣ ਇਹ ਕਹਿੰਦੇ ਇਹਦੀ ਤਨਖਾਹ ਦੱਸੋ ਕਿੰਨੀ ਹੈ ਤਨਖਾਹ ਦੀ ਰੇਸ਼ੋ ਕਿੰਨੀ ਹੈ 11 ਇੱਕ x ਦੀ ਵੈਲੂ ਕਿੰਨੀ ਹੋਊਗੀ 1x ਦੀ ਵੈਲੂ 750 ਹੋਊਗੀ ਅਤੇ 11x ਦੀ ਵੈਲੂ ਕਿੰਨੀ ਹੋ ਜੂਗੀ 11 ਗੁਣਾ 750 ਇਹ ਬਣ ਜੂਗਾ 750 ਦੀ ਜਦੋਂ ਆਪਾਂ ਗੁਣਾ ਕਰਾਂਗੇ 11 ਨਾਲ ਭਾਈ 8250 ਰੁਪਏ ਤਾਂ ਉਹਦੀ ਆਮਦਨ ਹੈਗੀ ਤਨਖਾਹ ਹੈ 8250 ਰੁਪਏ ਜੇ ਉਹ ਖਰਚ ਪੁੱਛ ਲੈਂਦੇ ਤਾਂ 750 ਦਾ ਆਪਾਂ ਕੀ ਕਰ ਦਿੰਦੇ 10 ਨਾਲ ਗੁਣਾ ਕਰ ਦਿੰਦੇ ਇਹਦਾ ਮਤਲਬ ਕਿ 7500 ਰੁਪਏ ਤੋਂ ਖਰਚ ਕਰ ਰਿਹਾ ਸੀ ਅਤੇ 8200 ਰੁਪਏ ਦੀ ਤਨਖਾਹ ਹੈਗੀ ਦੋਨਾਂ 'ਚ ਕੁਛ ਮਰਜ਼ੀ ਪੁੱਛ ਸਕਦੇ ਸੀ ਉਹ। ਠੀਕ ਹੈ। ਬਹੁਤ ਸੌਖਾ ਸਵਾਲ ਆ ਪੁੱਤਰੋ। ਅਗਲਾ ਸਵਾਲ ਪੁੱਤਰੋ ਉਹਨਾਂ ਨੇ ਪਤਾ ਆਪਾਂ ਨੂੰ ਕਹਿੰਦੇ 7:x ਦੇ ਵਿੱਚ ਕੀ ਜੋੜਿਆ ਜਾਵੇ ਕਿ ਅਨੁਪਾਤ 3/4 ਅਨੁਪਾਤ ਦੇ ਵਿੱਚ ਹੋਵੇ। ਇਹ ਆਪਾਂ ਕਰਕੇ ਗਏ ਪਹਿਲਾਂ ਜਿਵੇਂ ਉਵੇਂ 7 ਨੂੰ ਐਂ ਤਾਰ ਲਓ ਇਹਦੇ ਵਿੱਚ ਕੀ ਜੋੜਿਆ ਜਾਵੇ ਜਿਹੜੀ ਚੀਜ਼ ਆਪਾਂ ਜੋੜਨੀ ਹੁੰਦੀ ਆਪਾਂ x ਲਾ ਲੈਂਦੇ ਹੁੰਦੇ ਹਾਂ ਕਿ ਅਨੁਪਾਤ ਕਿੰਨਾ ਆਵੇ 3/4 ਗੁਣਾ ਕਰ ਦੋ ਕ੍ਰੋਸ ਮਲਟੀਪਲਾਈ 7 ਚੌਂਕਾ 28 ਪਲੱਸ 4x 33 ਪਲੱਸ 3x। ਠੀਕ ਹੈ। 28 ਦੇ ਵਿੱਚ ਇਹਨੂੰ ਇੱਧਰ ਲਿਆਓ ਇਹ ਮਾਈਨਸ ਦੇ ਹੋ ਜਾਣਗੇ ਅਤੇ 3x ਦੇ ਵਿੱਚ ਜਦੋਂ ਇਹ ਕਰ ਦਾਂਗੇ ਮਾਈਨਸ 4x ਹੋ ਜੂਗਾ। 28 ਦੇ ਵਿੱਚੋਂ 33 ਕੱਢੇ ਇਹ ਬਚ ਗਿਆ 5 ਇੱਧਰ ਬਚ ਗਿਆ x ਅਤੇ x ਦੀ ਵੈਲੂ ਕਿੰਨੀ ਆ ਗਈ 5। ਜੇਕਰ ਆਪਾਂ 7 ਪਲੱਸ ਦੇ ਵਿੱਚ 5 ਜੋੜ ਦਈਏ ਇੱਥੇ 11 ਪਲੱਸ ਦੇ ਵਿੱਚ 5 ਜੋੜ ਦਈਏ ਤਾਂ ਇਹ ਬਣ ਜੂਗਾ 12 ਅਤੇ ਇਹ ਬਣ ਜੂਗਾ 16। ਠੀਕ ਹੈ। 4 ਤੀਏ 12 ਚੌਂਕ ਚੌਕੀ 16 3:4 ਆਨਸਰ ਬਣ ਗਿਆ ਆਪਣੇ ਕੋਲ। ਠੀਕ ਹੈ। ਇਹ ਬਸ ਸਾਇੰਸ ਕੱਢਣੇ ਹੁੰਦੇ ਇਹ ਜਿਹੇ ਸਵਾਲ ਆਪਾਂ। ਦੇਖੋ ਜੀ ਇਹ ਸਵਾਲ ਆ ਗਿਆ ਕਹਿੰਦੇ ਦੋ ਸੰਖਿਆਵਾਂ ਦਾ ਅਨੁਪਾਤ ਕਿੰਨਾ ਪੁੱਤਰੋ ਕਹਿੰਦੇ ਦੋ ਸੰਖਿਆਵਾਂ ਦਾ ਅਨੁਪਾਤ ਆ ਜਿਹੜਾ ਉਹ 3:4 ਹੈ। ਦੋ ਸੰਖਿਆਵਾਂ ਹੈਗੀ ਉਹਨਾਂ ਦੀ ਵੈਲੂ ਇੱਕ ਦੀ ਜਾਂ ਇੱਕ ਕੋਲ ਤਾਂ 3 ਹਿੱਸੇ ਇੱਕ ਕੋਲ 4 ਹਿੱਸੇ ਹੈ ਅਤੇ ਇਹਨਾਂ ਦਾ LCM ਕਿੰਨਾ ਗਾ 84 ਹੈਗਾ। ਵੱਡੀ ਸੰਖਿਆ ਦੱਸੋ ਇਹਨਾਂ ਦੋਨਾਂ ਦੇ ਵਿੱਚ ਕਿਹੜੀ 3 ਵੱਡੀ ਸੰਖਿਆ 4 ਵੱਡੀ ਸੰਖਿਆ ਤਾਂ ਕੀ ਕਰਨਾ ਹੁੰਦਾ ਜਦੋਂ ਇਹ ਸਵਾਲ ਆ ਜਾਏ ਚੁੱਪ ਕਰਕੇ 4 ਤੀਏ 12 ਕਰ ਦਿਓ। ਠੀਕ ਹੈ। ਦੇਖੋ ਇਹਦੇ 'ਚ ਕੀ ਕਰੋ ਉਹਨਾਂ ਦਾ LCM ਇੰਨਾ ਗਾ LCM ਇੰਨਾ ਇਹਨਾਂ ਜੇ ਆਪਾਂ LCM ਕਰਕੇ ਦੇਖਾਂ ਕਿੰਨਾ ਆ ਜੂਗਾ ਗੁਣਾ ਕਰਕੇ ਦੇਖਾਂਗੇ ਆਪਸ ਦੇ ਵਿੱਚ 4 ਤੀਏ 12 ਆ ਜੂਗਾ 12 ਨਾਲ ਆਪਾਂ x ਲਾ ਲੈਂਦੇ ਹਾਂ ਇਧਰਲੇ ਪਾਸੇ ਲਿਖ ਲਓ ਆਪਾਂ 84 ਨੇ ਦਿੱਤਾ ਹੋਇਆ ਜਦੋਂ ਇਸ ਵਾਲੇ ਦੋ ਸੰਖਿਆ ਦਾ ਅਨੁਪਾਤ ਹੁੰਦਾ ਇਹਨੇ ਆਪਸ ਦੇ ਵਿੱਚ ਗੁਣਾ ਕਰਦੇ 4 ਤੀਏ 12 ਅਤੇ LCM ਬਰਾਬਰ ਲਾ ਲਓ 84 ਅਤੇ ਜਦੋਂ x ਦੀ ਵੈਲੂ ਕੱਢਾਂਗੇ 84 ਬਟਾ ਆਪਾਂ 12 ਕਰਾਂਗੇ। ਠੀਕ ਹੈ। ਅਤੇ ਇਹ ਕਿੰਨੇ ਹੁੰਦੇ ਇਹ 12 7 84 ਹੁੰਦੇ ਹੈਗੇ। ਠੀਕ ਹੈ। 12 7 84 x ਦੀ ਵੈਲੂ ਕਿੰਨੀ ਆ ਗਈ 7। ਇਹ 7 ਜਿਹੜੀ ਵੈਲੂ ਆ ਬੱਚੋ ਇਹ ਆਪਾਂ ਦੇਖਣੇ ਕਿ ਹੁਣ ਇਹਨਾਂ ਵਿੱਚ 3 ਅਨੁਪਾਤ ਵਾਲੀ ਸੰਖਿਆ ਛੋਟੀ ਹੈ ਤਾਂ 4 ਅਨੁਪਾਤ ਵਾਲੀ ਸੰਖਿਆ ਛੋਟੀ ਹੈ ਤਾਂ ਆਪਾਂ x ਦੀ ਵੈਲੂ ਆਪਣੇ ਕੋਲ ਆ ਗਈ ਦੋਨਾਂ 'ਚ ਭਰ ਕੇ ਪੁੱਟ ਕਰ ਲੈਂਦੇ ਕਿਹੜੀ ਸੰਖਿਆ ਵੱਡੀ ਹੈ 3 ਦੇ ਵਿੱਚ 7 ਪੁੱਟ ਕੀਤਾ 4 ਦੇ ਵਿੱਚ 7 ਪੁੱਟ ਕੀਤਾ ਇੱਥੇ ਆ ਕੇ 28 ਇੱਥੇ ਆ ਕੇ 21 ਜੇ ਤਾਂ ਪੁੱਛ ਲੈਂਦੇ ਛੋਟੀ ਸੰਖਿਆ ਫਿਰ ਤਾਂ 21 ਆਉਂਦਾ ਜੇ ਪੁੱਛ ਲੈਂਦੇ ਵੱਡੀ ਸੰਖਿਆ ਫਿਰ 28 ਆਨਸਰ ਆਉਂਦਾ। ਠੀਕ ਹੈ। ਬਸ ਇਹ ਧਿਆਨ ਰੱਖਣਾ ਜਦੋਂ LCM ਦਿੱਤਾ ਹੋਵੇ ਬਸ ਇਹਨੇ ਡਾਇਰੈਕਟ ਗੁਣਾ ਕਰ ਦਿਓ ਦੋਨਾਂ ਦੀ 4 ਤੀਏ 12 ਬਰਾਬਰ ਰੱਖ ਲਓ 84 ਦੇ। ਓਕੇ ਜੀ। ਇਸ ਤੋਂ ਬਾਅਦ ਆਪਾਂ ਕਰਦੇ ਹੁਣ ਅਗਲਾ ਸਵਾਲ। ਦੇਖੋ ਪੁੱਤਰੋ ਇਸ ਤੋਂ ਬਾਅਦ ਆਪਣੇ ਕੋਲ ਅਗਲਾ ਸਵਾਲ ਆ ਗਿਆ ਇਹ ਕਹਿੰਦੇ ਦੋ ਸੰਖਿਆਵਾਂ ਦਾ ਅਨੁਪਾਤ ਕਿੰਨਾ ਗਾ ਦੋ ਸੰਖਿਆਵਾਂ ਦਾ ਅਨੁਪਾਤ ਭਾਈ ਜਿਹੜਾ ਹੈਗਾ ਗਾ ਉਹ ਹੈਗਾ 3:5। ਦੋ ਸੰਖਿਆਵਾਂ ਦੇ ਦਿੱਤੀਆਂ ਉਹਨਾਂ ਦਾ ਅਨੁਪਾਤ ਦੇਤਾ 3:5 ਅਤੇ ਉਹਨਾਂ ਦਾ ਗੁਣਨਫਲ ਕਿੰਨਾ 2160 ਹੈ ਤਾਂ ਛੋਟੀ ਸੰਖਿਆ ਪਤਾ ਕਰੋ। ਦੇਖੋ ਉਵੇਂ ਜੇ ਗੁਣਨਫਲ ਦੇਤਾ ਤਾਂ ਆਪਾਂ ਇਹਨਾਂ ਦੀ ਗੁਣਾ ਕਰਨੀ ਪਊ ਆਪਾਂ ਨੂੰ ਮਲਟੀਪਲ ਨਾਲ ਲਾ ਲਿਆ ਕਰੋ ਜਦੋਂ ਅਨੁਪਾਤ ਵਾਲੀ ਰਕਮ ਹੁੰਦੀ ਹੈ ਤਾਂ ਆਹ ਚੀਜ਼ ਬਣ ਗਈ ਆਪਣੇ ਕੋਲੇ ਤਾਂ ਇਹਨਾਂ ਦੀ ਆਪਾਂ ਆਪਸ ਦੇ ਵਿੱਚ ਗੁਣਾ ਕਰ ਦਾਂਗੇ। ਠੀਕ ਹੈ। ਕਿਉਂਕਿ ਗੁਣਨਫਲ ਕੱਢਣਾ ਆਪਾਂ 5 ਤੀਹ ਕਿੰਨਾ ਹੋ ਗਿਆ ਆਪਣੇ ਕੋਲੇ 5 ਤੀਏ 15 x ਸਕੁਅਰ ਇੱਧਰ ਆ ਗਿਆ ਆਪਣੇ ਕੋਲੇ 2160
ठीक है। जो आप एक्स स्केयर कटांगे तो 2160/15 कर देंगे, ठीक है। 2160/15 कर देंगे। देखो ध्यान नाल देखो बच्चों, दो संख्यावां दा अनुपात देता अपन तो इन्हां दा गुणनफल भी देता, तो आप गुणनफल करने वास्ते इन्हां दी आपस विच गुणे करांगे ना, फिर ही आपां वैल्यू के बराबर की वैल्यू कड्ढण की कोशिश करांगे। हुण जो आप 2160 भाग करते हैं 15 नाल तो अपने को आंसर आ गया 144। एक्स स्केयर की वैल्यू कितनी है 144। तो आ स्केयर हटाने वास्ते आप की करांगे, आपको पता करना पਊ 144 किहदा स्केयर है, ये तुहानूं करवा के गया 144 है 12 का स्केयर, तो स्केयर उड गया तो एक्स की वैल्यू कितनी आ गई 12 आ गई। हुण आप देखने इन्हां विचों छोटी संख्या किहड़ी बड़ी संख्या किहड़ी, एक्स की वैल्यू कितनी आ गई 12, तो वो इत्थे एक्स दे विच पुट कर दो, 3 दे नाल 12 की गुणा की कितना आ गया 36, तो 12 5 60, तो भाई आ 5x जी वैल्यू वड्डी है, इसका आंसर आ गया 60। ठीक है जी, ध्यान ना कटना बच्चों, कोई भी सवाल कटना है जी, ठीक है जी। छोटी वैल्यू पूछी है, छोटी पूछी है तो छोटी है 36, जो बड़ी पूछ लेंगे 60, ठीक है। बस मेन एक्स की वैल्यू कटनी, जो गुणनफल आ जाए तो भी इन्होंने अनुपात वाली गुणा कर देनी है, जो नाल LCM लिखा जाए तो भी इन्होंने अनुपात की गुणा नाल कर देनी है आप। अगला सवाल आ गया पुत्रों अपने को, कहते जेकर 1000 रुपया देता भाई किसी ने मैनू, मैं किसी को गया तो उन्होंने भाई मैनू 1000 रुपया देते, 2 जाने से भाई असं कोई काम करके आए थे बंदे का, तो उन्हें सानू 1000 रुपया देता। वो कहना कर भाई गग्गे, मेरा नाम कच्चा गग्गा है, गग्गा कह देंगे मैनू वैसे, कच्चा नाम मेरा, तो कहना भाई गग्गे आ फड़ 3 रुपये, 3 हिस्से तू रख ले, 2 हिस्से दूजे नूं दे दी। मैं कहा ठीक है जी, 3 हिस्से मैं रख ले, 2 हिस्से दूजे नूं देते। असीं आ गए भाई, तो जो तो तुर पे असीं बाहर में असीं जो हम आंडे उंडे भी खा चल गए, हम सारा दिन काम करके 1000 रुपया मसा तो लेके आए हैं, हम आप कुछ खाना पीना तो आप रुपये अलग अलग कर लीए। वो कहना ठीक है, कहना हम आप किन्ने वंड गए, वो कहना मैं क्या मैनू तो उन्हें 3 हिस्से कहे है, मैं तेनों किन्ने कहे, कहना मैं 2 हिस्से कहे है। मैं क्या आप सारे हिस्से जोड़ लैने आपदे, 3 ते 2 किन्ने बन गए हिस्से मेरे को अपने को, मैं क्या 5 हिस्से बन गए। वो कहना ऐ करो आप 1000 ते वंड के देख लैने 5 हिस्से नूं। जो भाई असीं 1000 नूं 5 हिस्से वंड के देख लिया तो मेरे को भाई आंसर आ गया 200। मैं क्या भी मैं गल सुन, मगर से मेरे नाल, मेरे मगर इकट्ठे रहंदे हुंदे ना, तो मगर कहंदा यार 200 रुपया बनता आपां नूं एक हिस्से दे विच। मैं क्या मगर गल सुन ला भाई, मैनू तो उन्हें दित्ते 3 हिस्से। वो कहना तू ऐं कर फिर 3 हिस्से कढ ले, एक हिस्से 200 रुपया आ गया, मैं आपदे 3 हिस्से कढ ले 200 दे, तो मुड़ के मगर ने कढ रहे। मगर कहना भाई मैनू 2 हिस्से दित्ते तो मेरे को 200 दे 2 हिस्से हो गए। तो हुण मगर कहना आप हिसाब ला लो, कहना तैनूं किन्ने बन गए, मैं क्या भाई मैनू तो बन गए 600 रुपया। मगर नूं आखिया तैनूं कहना मैनू बन गया 400 रुपया। कहना हुण आप टोटल जोड़ के देखिए आप सही जोड़े आ, जो 6 ਦੇ ਵਿੱਚ 400 जोड़े तो 1000 रुपया। मगर कहना लै भाई मित्रों आप जमा सही वंडे आ काम आ रेशो का। ਹੁਣ बस ਇਹਨੇ ਇਹੀ ਪੁੱਛਿਆ कि जेकर 1000 रुपया A ਤੇ B ਨੂੰ देता, ਉਹਦੇ 'ਚ ਇੱਕ ਹਿੱਸਾ 3 ਦੇ ਹਿੱਸੇ ਇੱਕ ਨੂੰ ਦੇਤੇ, 2 ਹਿੱਸੇ ਇੱਕ ਨੂੰ ਦੇਤੇ, ठीक है। वो कहते ए ਨੂੰ कितना हिस्सा मिलूगा, तो आप दोनों हिस्से जोड़ ले पुत्रों, दोनों हिस्से जोड़ के आप वंड के देख ले कि एक हिस्से किन्नी, एक हिस्सा कढ लिया करो हरेक चीज़ का। तो एक हिस्से किन्ने आ गए अपने को, एक हिस्से आ गया अपना भाई 200 रुपया। तो मेरे को किन्ने एक हिस्से 200 आ गया, मैंने किन्ने हिस्से दिते 3, तो 200 की 3 ਨਾਲ गुणा करूँगा मैं तो 600 आ गया, वो 200 ਨਾਲ 2 ਨਾਲ गुणा को 400 आ गया। नाले मेरे मगर ਦੇ ਵਿੱਚ ਵਧੀਆ लड़ाई नहीं होनी, नाले उन्हें अंडे खा ले नाले मैं अंडे खा ले, तो खा पी के असीं घरे आ गए दोनों, ठीक है। देखो बच्चों अगला सवाल आपको पता उन्होंने की पता, कहते ए बी सी विच 1050 ਨੂੰ इस तरह वंडो कि ए का जिहड़ा भाग है वो बी और सी के संयुक्त भाग का 2/5 है। देखो ए का जिहड़ा भाग है बच्चों, ए का भाग है जिहड़ा वो बी प्लस सी के संयुक्त भाग का 2/5 है, ठीक है। इन्नी गल कहती आपां ने, तो ये गल वास्ते आपां की करांगे, सब तो पहला जिवें मैं तार लिया, ये सारी वैल्यू कितनी है 2x/5, ठीक है। तो एक्स की आप वैल्यू पता करने वास्ते नाल ला लांगे तो एक्स आप देखो ध्यान नाल सुनो एक बार दोबारे, ए बी सी नूं 3 बंदे उन्होंने 1050 रुपया बनना है, पर जो ए का भाग है, ठीक है, जिन्ना बी और सी का भाग बनता है, जिन्ना बी और सी का भाग बनता वह 2/5 हिस्सा है, तो आप ए का भाग पता करना पऊगा। ए का भाग आप किवें पता करांगे, देखो ए तो लिख लिया, बी तो सी का संयुक्त हिस्सा कितना बनता 2x+5, तो ए की आप वैल्यू पता करनी है। जो आप ये वैल्यू एस लोट लिख ली तो यदि आप इन्हें क्रॉस मल्टीप्लाई कर सकते हैं ना, जी क्रॉस मल्टीप्लाई कि इधर कि बन जूगा 5x, इधर 2x रह जूगा, ये वैल्यू आ गई 2x+5x। तो इनू आप आपस में x को कट भी सकते हैं, तो 2:5 की रेशो आ गई, ओके जी। 2 रेशो कि आ गई, 2 रेशो तो आ गई ए की, जी 5 रेशो ये आ गई बी ते प्लस सी की,
ठीक है, डायरैक्ट ही कढ़ना पਊ पुत्रो सवाल। इस तो बाद ਆਪਾਂ ਕੱਢਣਾ ਗਾ ए ਦਾ ਭਾਗ। ए ਦਾ ਭਾਗ ਕਾਹਦੇ ਚੋਂ ਕੱਢਾਂਗੇ ਆਪਾਂ 1050 ਦੇ ਵਿੱਚੋਂ ਕਿੰਨੇ ਹਿੱਸੇ ਬਣ ਗਏ ਹੁਣ ਟੋਟਲ ਬਣ ਗਏ 7 ਹਿੱਸੇ। 5 ਹਿੱਸੇ B ਤੇ C ਦੇ ਹੋ ਗਏ, 2 ਹਿੱਸੇ ਹੋ ਗਏ A ਦੇ, ਇਹ ਬਣ ਗਏ 7 ਹਿੱਸੇ। ਇਹ ਹੋ ਗਏ ਟੋਟਲ 7 ਹਿੱਸੇ। ਕੱਢਣੇ ਆਪਾਂ ਕਿਹਦੇ ਆ, ਕੱਢਣਾ ਇਕੱਲਾ ਆਪਾਂ A ਦਾ। ਇਹਦਾ ਹਿੱਸਾ ਆਪਾਂ ਨੂੰ ਇੱਥੇ ਪਤਾ ਲੱਗ ਗਿਆ ਕਿੰਨਾ ਗਾ 2 ਹਿੱਸਾ। ਕਿੰਨੇ 'ਚ 2 ਹਿੱਸਾ 7 'ਚੋਂ 2 ਹਿੱਸਾ ਉਹਦਾ। ਠੀਕ ਹੈ, ਤਾਂ ਹੁਣ ਆਪਾਂ ਇਹਨੂੰ ਆਪਸ ਦੇ ਵਿੱਚ ਕਟਾ ਦਿੰਦੇ ਹਾਂ। ਇਹ ਜਦੋਂ ਆਪਾਂ ਕਟਾਵਾਂਗੇ ਤਾਂ 1050 ਨੂੰ ਆਪਾਂ 2 ਨਾਲ ਗੁਣਾ ਕਰੀਏ ਤਾਂ ਇਹ ਕਿੰਨਾ ਬਣ ਜੂਗਾ 2100 ਬਣ ਜੂਗਾ। ਠੀਕ ਹੈ, 2100 ਨੂੰ ਜਦੋਂ ਆਪਾਂ 7 ਦੇ ਵੰਡਾਂਗੇ 7 21 ਤਾਂ ਆਪਾਂ A ਕੋਲੇ ਜਿਹੜੇ ਰੁਪਈਏ ਹੈਗੇ A ਕੋਲੇ 300 ਰੁਪਇਆ ਮਿਲੂਗਾ A ਨੂੰ। ਠੀਕ ਹੈ, A ਨੂੰ 300 ਰੁਪਇਆ ਮਿਲੂਗਾ। ਬਾਕੀ ਕਿੰਨੇ ਰੁਪਈਏ ਰਹਿ ਗਏ 1050 ਰੁਪਈਏ ਰਹਿ ਗਏ। 1050 ਦੇ ਵਿੱਚ ਜਦੋਂ ਆਪਾਂ 300 ਘਟਾਇਆ ਤਾਂ ਮੰਗ ਰਹੇਗਾ 750 ਰੁਪਈਏ। ਇਹ 750 ਰੁਪਈਏ ਜਿਹੜੇ ਇਹ ਦੋਨੇ ਮਿਲਣਗੇ B ਅਤੇ C ਨੂੰ। ਠੀਕ ਹੈ, ਅਤੇ ਇਹ ਸਵਾਲ ਜੇ ਨਾ ਸਮਝਿਆ ਤਾਂ ਮੈਨੂੰ ਦੱਸ ਦਿਓ, ਮੈਂ ਦੁਬਾਰੇ ਕਢਵਾ ਦੂੰਗਾ। ਅਤੇ ਵੈਸੇ ਐਡੀ ਕੋਈ ਗੱਲ ਹੈ ਨਹੀਂ ਪੁੱਤਰ ਕਿਸੇ ਨੂੰ ਸਮਝ ਨਾ ਆਵੇ। ਓਕੇ, ਦੇਖੋ ਜੀ ਅਗਲਾ ਸਵਾਲ ਆ ਗਿਆ ਪੁੱਤਰੋ, ਬਹੁਤ ਜ਼ਿਆਦਾ ਮਹੱਤਵਪੂਰਨ ਸਵਾਲ ਆ, ਆਪਣਾ ਲਾਸਟ ਸਵਾਲ ਆ ਇਹ। ਠੀਕ ਹੈ, ਆਪਾਂ ਇਹਦੇ ਰੇਸ਼ੋ ਦੇ 100 ਸਵਾਲ ਹੀ ਕਰਾਂਗੇ। ਠੀਕ ਹੈ, ਰੇਸ਼ੋ ਦੇ ਆਪਾਂ ਬਾਹਲੇ ਸਵਾਲ ਹੀ ਕਰਦੇ, 100 ਸਵਾਲ ਹੀ ਕਰਾਂਗੇ। 100 ਸਵਾਲ ਜਿਹੜੇ ਬਾਕੀ ਰਹਿ ਜਾਣਗੇ ਉਹ ਆਪਾਂ ਟੈਸਟਾਂ ਦੇ ਵਿੱਚ ਪਾਲਿਆ ਕਰਾਂਗੇ। ਓਕੇ, ਦੇਖੋ ਕਹਿੰਦੇ ABCD ਨੂੰ 3 A ਨੂੰ ਤਾਂ ਦੇ ਤੇ 3 ਹਿੱਸੇ, B ਨੂੰ ਦੇ ਤੇ 4 ਹਿੱਸੇ, C ਨੂੰ ਦੇ ਤੇ 9 ਹਿੱਸੇ ਅਤੇ D ਨੂੰ ਦੇ ਤੇ 10 ਹਿੱਸੇ। ਅਤੇ ਅਨੁਪਾਤ ਵਿੱਚ ਪੈਸੇ ਦਿੱਤੇ ਗਏ ਆ। ਦੇਖੋ ਪੈਸੇ ਦਿੱਤੇ, ਜਿਵੇਂ ਮੈਂ ਅਤੇ ਮੱਘਰ ਸਿੰਘ ਗਏ ਸੀ ਉਵੇਂ ਜਿਵੇਂ ਸਾਨੂੰ ਪੈਸੇ ਦਿੱਤੇ ਪਏ, ਇਹਨਾਂ ਨੂੰ ਵੀ ਪੈਸੇ ਦਿੱਤੇ। A ਨੂੰ 3 ਹਿੱਸੇ ਦਿੱਤੇ, B ਨੂੰ 4 ਹਿੱਸੇ ਦਿੱਤੇ, C ਨੂੰ 9 ਹਿੱਸੇ ਦਿੱਤੇ ਅਤੇ D ਨੂੰ 10 ਹਿੱਸੇ ਦਿੱਤੇ। ਅਤੇ ਅਨੁਪਾਤ ਦੇ ਵਿੱਚ ਪੈਸੇ ਦਿੱਤੇ ਗਏ। ਜੇਕਰ C ਦੇ ਭਾਗ B ਦੇ ਭਾਗ ਨਾਲੋਂ, ਦੇਖੋ ਜਿਹੜਾ C ਦਾ ਭਾਗ ਹੈ ਬੱਚਿਓ, ਠੀਕ ਹੈ, ਉਹ B ਦੇ ਭਾਗ ਨਾਲੋਂ 2580 ਅਧਿਕ ਹੈ। ਅਤੇ ਦੇਖੋ C ਦਾ ਭਾਗ ਹੈ ਜਿਹੜਾ ਉਹ B ਦੇ ਭਾਗ ਨਾਲੋਂ 2580 ਰੁਪਏ ਵੱਧ ਲਈ ਬੈਠਾ। ਕੌਣ? C ਕੋਲੇ B ਨਾਲੋਂ 2580 ਰੁਪਏ ਜ਼ਿਆਦਾ ਹੈ। ਤਾਂ ਕਹਿੰਦੇ A ਅਤੇ D ਦੀ ਕੁੱਲ ਰਾਸ਼ੀ ਪਤਾ ਕਰੋ। ਜੇ ਤਾਂ ਪੁੱਤਰ ਤੁਸੀਂ ਮੈਥ 'ਤੇ ਸਰਚ ਮਾਰੋਗੇ, ਨੈੱਟ 'ਤੇ ਸਰਚ ਮਾਰੋਗੇ, ਤੁਹਾਨੂੰ ਐਡੇ ਐਡੇ ਮੈਥਡ ਮਿਲਣਗੇ, ਜਿਹੜੇ ਪੂਰੇ ਵੱਡੇ ਵੱਡੇ ਮੈਥਡ। ਪਰ ਆਪਾਂ ਇਹ ਸਿਰਫ ਚੁਟਕੀਆਂ ਦੇ ਵਿੱਚ ਹੱਲ ਕਰ ਦੇਣਾ ਇਹ ਸਵਾਲ। ਉਹ ਕਿਵੇਂ? ਕੁਛ ਨਹੀਂ ਕਰਨਾ, ABCD ਚਾਰਾਂ ਨੂੰ ਥੱਲੇ ਤਾਰ ਲਓ ਬੰਦਿਆਂ ਨੂੰ। ਤਾਰ ਲਿਆ। C ਕਹਿੰਦਾ BC ਦੇ ਭਾਗ ਵਿੱਚ B ਨਾਲੋਂ ਜਿਹੜਾ C ਹੈ, C ਕੋਲੇ B ਨਾਲੋਂ 2580 ਰੁਪਏ ਵੱਧ ਹੈ। ਅਤੇ ਰੇਸ਼ੋ ਦਾ ਕਿੰਨਾ ਫਰਕ ਪੈ ਰਿਹਾ ਹੈਗਾ? ਰੇਸ਼ੋ ਦਾ ਫਰਕ ਪੈ ਰਿਹਾ 5 ਦਾ। ਜਿਹੜਾ ਰੇਸ਼ੋ ਦਾ ਫਰਕ 5 ਦਾ ਪੈ ਰਿਹਾ, ਸਮਝ ਲਓ ਕਿ 5 ਦੇ ਵਿੱਚ 580 ਰੁਪਏ ਆਉਂਦੇ ਆ। 5 ਦੇ ਵਿੱਚ ਹੀ 500। ਦੇਖੋ ਇਹਨਾਂ ਨੇ ਕੀ ਕਿਹਾ, ਕਹਿੰਦੇ C ਦੇ ਭਾਗ ਵਿੱਚ B ਨਾਲੋਂ 2580 ਰੁਪਏ ਵੱਧ ਹੈ C ਦੇ ਕੋਲੇ, ਅਤੇ ਇਹਦੇ ਕੋਲ 4 ਹਿੱਸੇ ਆ, ਇਹਦੇ ਕੋਲ 9 ਹਿੱਸੇ ਆ। ਕਿੰਨੇ ਹਿੱਸਿਆਂ ਦਾ ਫਰਕ ਪੈਂਦਾ? 5 ਹਿੱਸਿਆਂ ਦਾ। ਇਹ ਜਿਹੜੇ 5 ਹਿੱਸੇ ਇਹੀ 2680 ਰੁਪਏ ਹੈ। ਤਾਂ ਆਪਾਂ ਇੱਕ ਹਿੱਸਾ ਕੱਢ ਕੇ ਦੇਖ ਲਈਏ ਤਾਂ ਜਦੋਂ 2580 ਨੂੰ ਆਪਾਂ 2580 ਨੂੰ ਆਪਾਂ ਭਾਗ ਕਰਾਂਗੇ ਪੁੱਤਰੋ 5 ਨਾਲ, ਤਾਂ ਇਹ ਆ ਗਿਆ ਆਪਣੇ ਕੋਲੇ 516। ਇੱਕ ਹਿੱਸੇ ਦੀ ਵੈਲੂ ਆ ਗਈ ਆਪਣੇ ਕੋਲੇ 516, ਤਾਂ ਉਹ ਸਾਰੇ ਹਿੱਸਿਆਂ ਦੀ ਵੈਲੂ ਵੀ 516 ਹੋਊਗੀ ਇੱਕ ਹਿੱਸੇ ਦੀ। ਅਤੇ ਇਹਨਾਂ ਨੇ ਕਾਹਦੀ ਵੈਲੂ ਕੱਢਣ ਨੂੰ ਕਿਹਾ? ਇੱਕ ਇਹਨਾਂ ਨੇ A ਦੀ ਵੈਲੂ ਕੱਢਣ ਨੂੰ ਕਿਹਾ, ਇੱਕ ਆਪ ਨੂੰ D ਦੀ ਵੈਲੂ ਕੱਢਣ ਨੂੰ ਕਿਹਾ। ਤਾਂ ਜਦੋਂ ਆਪਾਂ 516 'ਚ ਇੱਕ ਹਿੱਸਾ ਆ ਗਿਆ, ਅਤੇ ਇਹਦੇ ਕੋਲ D ਕੋਲ ਕਿੰਨੇ ਹਿੱਸੇ ਆ? 10 ਹਿੱਸੇ। 10 ਦੇ ਜਦੋਂ 516 ਨਾਲ ਗੁਣਾ ਕੀਤੀ ਤਾਂ 5160 ਰੁਪਏ ਦਾ ਇਹਦੇ ਬਣ ਗਏ। ਅਤੇ 500 ਇਹਦੇ ਕੋਲ ਕਿੰਨੇ ਹਿੱਸੇ? A ਕੋਲ 3 ਹਿੱਸੇ ਆ, ਤਾਂ 516 ਗੁਣਾ 3 ਕਰ ਦਿੰਦੇ ਆ, ਤਾਂ ਇਹਦੇ ਕੋਲ ਹੋ ਗਏ 1548 ਰੁਪਏ। ਇਹਨਾਂ ਨੇ ਆਪਾਂ ਨੂੰ A ਅਤੇ D ਦੀ ਪਤਾ ਕਰਨ ਨੂੰ ਕਿਹਾ ਹੈਗਾ। ਤਾਂ A ਅਤੇ D ਦਾ ਪਤਾ ਕਰਨ ਵਾਸਤੇ ਆਪਾਂ ਕੀ ਕਰਾਂਗੇ? 1548 ਅਤੇ 5160 ਨੂੰ ਆਪਸ ਦੇ ਵਿੱਚ ਜੋੜ ਦਾਂਗੇ। 1548 ਪਲੱਸ 5160 ਨੂੰ ਜਦੋਂ ਆਪਸ ਦੇ ਵਿੱਚ ਜੋੜਿਆ ਤਾਂ ਇਹ ਆਨਸਰ ਆ ਗਿਆ ਬੱਚਿਓ 6708। ਦੇਖੋ ਐਡਾ ਕੁ ਸਵਾਲ ਬਣਾਤਾ, ਕਿਤੇ ਮਰਜ਼ੀ ਭੱਜ ਲਓ ਜੇ ਤੁਹਾਨੂੰ ਇਦੋਂ ਸੌਖੇ ਤਰੀਕੇ ਨਾਲ ਕੋਈ ਸਵਾਲ ਕਢਾ ਦੇ। ਦੁਬਾਰੇ ਫੇਰ ਦੇਖ ਲਓ, ਇਹ ਸਵਾਲਾਂ ਦੇ ਵਿੱਚ ਬਸ ਰੇਸ਼ੋ ਦੇਖ ਲਏ। A ਅਤੇ B ਅਤੇ C ਅਤੇ D। A ਨੂੰ ਕਿੰਨੇ ਦੇ ਤੇ 3 ਹਿੱਸੇ ਦਿੱਤੇ, B ਨੂੰ 4 ਹਿੱਸੇ, C ਨੂੰ 9 ਹਿੱਸੇ, ਇਹਨੂੰ 10 ਹਿੱਸੇ। ਇੱਕ ਨਾ ਵੀਡੀਓ ਲਾਈਕ ਕਰ ਦਿਓ, ਜਿਹਨੇ ਵੀਡੀਓ ਲਾਈਕ ਨਹੀਂ ਕੀਤੀ ਲਾਈਕ ਕਰ ਦਿਓ। ਅਨੁਪਾਤ ਦੇ ਵਿੱਚ ਪੈਸੇ ਦਿੱਤੇ ਗਏ। ਜੇਕਰ C ਦੇ ਕੋਲੇ ਜਿਹੜਾ C ਕੋਲੇ ਹਿੱਸਾ ਉਹ B ਦੇ ਭਾਗ ਨਾਲੋਂ 2580 ਰੁਪਏ ਵੱਧ ਹੈ, ਤਾਂ ਆਪਾਂ ਨੂੰ ਇੱਥੇ ਪਤਾ ਲੱਗਾ ਕਿ C ਕੋਲੇ ਰੁਪਏ ਵੱਧ ਹੈ ਕਿਹਦੇ ਨਾਲੋਂ? B ਨਾਲੋਂ। ਇੱਥੇ ਕਿੰਨੇ ਹਿੱਸੇ ਵੱਧ? ਇਹਦੇ ਕੋਲ 5 ਹਿੱਸੇ। 5 ਹਿੱਸੇ ਦੇ ਹਿਸਾਬ 'ਤੇ ਇਹਦੇ ਕੋਲ 2580 ਰੁਪਏ ਵੱਧ ਰਹੇ ਆ। ਇੱਧਰੋਂ 5 ਦਾ ਰੇਸ਼ੋ ਵੱਧ ਰਹੀ ਹੈ, ਇੱਧਰੋਂ 2580 ਰੁਪਏ ਵੱਧ ਰਹੇ ਆ। ਤਾਂ ਇਹ ਤੋਂ ਆਪਾਂ ਵੈਲੂ ਕੱਢ ਲੈਂਦੇ ਹਾਂ। ਤਾਂ 2580 ਨੂੰ ਜਦੋਂ ਮੈਂ 5 'ਤੇ ਵੰਡਿਆ ਇੱਧਰਲੇ ਪਾਸੇ, ਇਹ 'ਤੇ ਵੰਡਿਆ 580 ਨੂੰ ਇੱਧਰ ਵੰਡਿਆ ਜਦੋਂ ਮੈਂ, ਤਾਂ ਮੇਰੇ ਕੋਲ 500 ਆ ਗਿਆ। ਮੈਨੂੰ ਇੱਕ ਹਿੱਸਾ ਪਤਾ ਲੱਗ ਗਿਆ। ਤਾਂ ਬਸ ਉਹੀ ਇੱਕ ਹਿੱਸਾ, ਇਹਦੇ ਕੋਲ 10 ਹਿੱਸੇ ਸੀ, ਇਹਨੇ ਗੁਣਾ ਕਰਤੀ। ਇਹਦੇ ਕੋਲ 3 ਹਿੱਸੇ ਸੀ, 516 ਦੀ ਇਹਨੇ ਗੁਣਾ ਕਰਤੀ। ਇੱਕ ਹਿੱਸਾ ਕੱਢ ਲਓ ਬਸ।
ਠੀਕ ਹੈ ਦੋਸਤੋ, ਅੱਜ ਆਪਣੇ ਇੰਨੇ ਸਵਾਲ ਬਹੁਤ ਹੋ ਗਏ ਤੇ ਅਗਲੇ ਸਵਾਲ ਦਾ ਤੁਹਾਨੂੰ ਸਕਰੀਨਸ਼ਾਟ ਮਿਲ ਜੂਗਾ ਟੈਲੀਗ੍ਰਾਮ ਦੇ ਵਿੱਚ। ਜਿਹੜੇ ਬੱਚੇ ਐਡ ਨਹੀਂ ਹੋਏ ਤਾਂ ਉਹ ਦੇਖ ਲਓ, ਇਹਦੇ ਥੱਲੇ ਮੈਂ ਲਿੰਕ ਦੇਵਾਂਗਾ, ਉਹਦੇ ਰਾਹੀਂ ਤੁਸੀਂ ਐਡ ਹੋ ਜਾਓ। ਨਹੀਂ ਟੈਲੀਗ੍ਰਾਮ 'ਤੇ ਜਾ ਕੇ ਆਪਣਾ ਮਤਲਬ ਉਹ ਜਿਹੜਾ ਦਿੱਤੀ ਹੋਈ ਹੈ ਵੀਡੀਓ ਉਹਦੇ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਲਿੰਕ ਪਿਆ ਗਿਆ, ਉੱਥੋਂ ਕੱਢ ਲਿਓ। ਠੀਕ ਹੈ, ਅਤੇ ਮੈਥ ਨੂੰ ਡਰਨ ਦੀ ਕੋਈ ਲੋੜ ਨਹੀਂ, ਮੈਥ ਆਪਾਂ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ। ਇੱਕ ਵਾਰੀ ਰੇਸ਼ੋ ਚੰਗੀ ਤਰ੍ਹਾਂ ਕਰ ਲਓ, ਸਾਰਾ ਮੈਥ ਹੀ ਕਵਰ ਹੋ ਜਾਊਗਾ ਰੇਸ਼ੋ ਦੇ ਵਿੱਚ। ਰੇਸ਼ੋ ਦੇ ਵਿੱਚ 80-90% ਮੈਥ ਕਵਰ ਹੋ ਜਾਊ ਆਪਣਾ। ਓਕੇ ਜੀ, ਅਤੇ ਰੀਜ਼ਨਿੰਗ ਦਾ ਲੈਕਚਰ ਵੀ ਲੱਗੂਗਾ ਅੱਜ, ਕੈਲੰਡਰ ਦਾ 3rd ਪਾਰਟ, ਅਤੇ ਇੱਕ ਅੱਜ MCQ ਵੀ ਪਾਊਂਗਾ ਮੈਂ ਕੰਪਿਊਟਰ ਦੇ ਇੰਟਰਨੈਟ ਦੇ। ਠੀਕ ਹੈ, ਅਤੇ ਜਿਉਂਦੇ ਵਾਸਤੇ ਰਹੋ ਦੋਸਤੋ।